कैप्टन बहादुर सिंह सिद्धू, साबका सरपंच सरदार निशान सिंह सिद्धू ਅਤੇ ਡੀਜੀਪੀ इंटैलीजेंस ब्यूरो सरदार सुखदेव सिंह सिद्धू ਦੇ ਸਤਿਕਾਰਯੋਗ ਮਾਤਾ ਜੀ ਮਾਤਾ ਰਣਜੀਤ ਕੌਰ ਜੀ ਪਿਛਲੇ ਦਿਨੀ ਆਪਣੀ 105 ਸਾਲਾਂ ਦੀ ਉਮਰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਸੁਖਾਨੰਦ ਮੋਗਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਰਣਜੀਤ ਕੌਰ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਗੜ ਅਤੇ ਸਿਆਣੀ ਔਰਤ ਸਨ। ਆਪ ਜੀ ਦਾ ਵਿਆਹ ਸੁਖਾਨੰਦ ਦੇ ਨਾਮੀ ਪਰਿਵਾਰ ਵਿੱਚ ਸਰਦਾਰ ਮੇਜਰ ਸਿੰਘ ਸਿੱਧੂ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਆਪ ਜੀ ਦੇ ਤਿੰਨੇ ਪੁੱਤਰ ਆਪੋ ਆਪਣੇ ਖੇਤਰਾਂ ਵਿੱਚ ਆਪਣੇ ਇਲਾਕੇ ਦੇ ਨਾਮ ਨੂੰ ਰੌਸ਼ਨ ਕਰ ਰਹੇ ਹਨ। ਮਾਤਾ ਜੀ ਦੀ ਫੁਲਵਾੜੀ ਇਸ ਸਮੇਂ ਪੋਤਰਿਆਂ ਪੋਤਰੀਆਂ ਉਹਨਾਂ ਦੇ ਪੜਪੋਤਿਆਂ ਪੜਪੋਤੀਆਂ ਨਾਲ ਮਹਿਕ ਰਹੀ ਹੈ। ਮਾਤਾ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਹੋਣਹਾਰ ਅਤੇ ਪੜ੍ਹਿਆ ਲਿਖਿਆ ਪਰਿਵਾਰ ਹੈ। ਆਪ ਜੀ ਦੇ ਪੋਤਰੇ ਵਿਕਰਮਜੀਤ ਸਿੰਘ ਵਿੱਕੀ ਉੱਗੇ ਆੜਤੀ ਹਨ ਅਤੇ ਆਪ ਜੀ ਦੇ ਦੂਸਰੇ ਪੋਤਰੇ ਅੰਮ੍ਰਿਤਪਾਲ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੇ ਸਪੋਕਸਮੈਨ ਪੰਜਾਬ ਹਨ ਅਤੇ ਮਾਤਾ ਜੀ ਦੇ ਪੋਤਰੇ ਗੁਰਸੇਵਕ ਸਿੰਘ ਸਿੱਧੂ ਅਤੇ ਹਰਦੇਵ ਸਿੰਘ ਸਿੱਧੂ ਅਮਰੀਕਾ ਦੀ ਧਰਤੀ ਤੇ ਆਪਣੀ ਦਾਦੀ ਜੀ ਦੇ ਨਾਮ ਨੂੰ ਉੱਚਾ ਚੁੱਕ ਰਹੇ ਹਨ। ਸਰਦਾਰਨੀ ਰਣਜੀਤ ਕੌਰ ਜੀ ਬਹੁਤ ਹੀ ਖੁੱਲੇ ਦਿਲ ਵਾਲੀ ਔਰਤ ਸਨ। ਗਰੀਬਾਂ ਤੇ ਦੀਨ ਦੁਖੀਆਂ ਨੂੰ ਆਪ ਜੀ ਹਮੇਸ਼ਾ ਹੀ ਦਿਲ ਖੋਲ ਕੇ ਦਾਨ ਦਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪਣੀ ਮਿੱਠੀ ਬੋਲੀ ਦੇ ਗੁਣ ਮਾਤਾ ਜੀ ਨੇ ਆਪਣੇ ਸਮੁੱਚੇ ਪਰਿਵਾਰ ਨੂੰ ਦਿੱਤੇ। ਮਾਤਾ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ। ਸਰਦਾਰਨੀ ਰਣਜੀਤ ਕੌਰ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਰੋਜ਼ਾਨਾ ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਮੌਜੂਦਾ ਸਮੇਂ ਵਿੱਚ ਚਾਹੇ ਮਾਤਾ ਜੀ ਦੀ ਉਮਰ ਬਹੁਤ ਵਡੇਰੀ ਸੀ ਤੇ ਆਪ ਗੁਰੂ ਘਰ ਨਹੀਂ ਜਾ ਸਕਦੇ ਸੀ, ਪਰ ਫਿਰ ਵੀ ਆਪ ਘਰ ਬੈਠੇ ਹਮੇਸ਼ਾ ਹੀ ਪਰਮਾਤਮਾ ਦਾ ਨਾਮ ਲਿਆ ਕਰਦੇ ਸਨ। ਸਰਦਾਰਨੀ ਰਣਜੀਤ ਕੌਰ ਸਿੱਧੂ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਅਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। परम सत्कारयोग सतगुरु जी की साजी नवाजी गुरु रूप खालसा सत संगत आप जी संगतां नूं गुरु फतेह। अज कोई भी संगत रसना मांझी में रखियो, संगियो ना फतेह बुलाते। कई बार साढ़े मन च हुंदा भी शायद ते बाबे या भाई साहब जिन्होंने अमृत छकिया उही फतेह बुलाते होने, नहीं आप जिवें भी सी सारे गुरसिख धी पुत्तां सच्चे पातशाह दे किसी को रहता है, चलो किसी को हाले नहीं है, वखरी है, पर फतेह सारे बुला दो। सारे दिलों गज के आखो जी वाहिगुरू जी का खालसा वाहिगुरू जी की फतेह। सत्कारयोग माता जी रਣਜੀਤ कौर ते जो उन्होंने उम्र की गल करते हैं ना,
105 साल मैनू वीर अमरपाल सिंह ने दसिया ये विरले विरले करपी दत्तां दे दाने मापे अज साडे कोल जिहड़े जा रहे हैं भावें कि असी कुदरत के हुक्म नूं बदल की गल नहीं करते जो आया सो चल से सब कोई आई वारी लेकिन एक मिसाल होंगी जिस हिसाब नाल साडा खाना पीना बदल रहा है असी वातावरण नूं आप भी गंदल कर लिया धरती को असी बीमार कर लिया आप भी बीमार हो गए जिंदगी के वजेवे भज दौड़ टेंशन बढ़ गई जिहदे लई बीमारियां एक्सीडेंट साडी उम्र घटा रही है मैं कहना चाहना पर इदां दे बुजुर्ग विरले जिन्होंने पिछलियों खुराकां खादियां शरीर नूं आरोग रखिया नेक सुभाव रखे चंगी सोच रखी तां उन्हां दी लंबी उम्र वो उम्र भोग के चले गए जाना ही सीख गए पर जिहड़ी बाणी है ना बाणी बड़ा कमाल का नुकता कह रही है एक दज्जा है एक तबी है एक ना कुत्ते खाए एक पानी में सटी है एक पी फिर हसन पाए नानक एव न जब पाई कितना जाए समाए देखो जो इन्हों की विचार मोटी करिए ना बस पंक्तियां महाराज की कहना चाहते कहते वेख बंदे तो कितना भुलेखे जा हर धर्म वाले भुलेखा है हर धर्म वाले एक दज्जा दज्जा का मतलब अग विच साड़ देना जिवें आपां सिख भरा हिंदू भरा आपां मृतक शरीर नूं अग भेंट करते हैं ना वेखो आपां अग विच साड़ता उस बाद सुरखरू नहीं हो गया वेखो लो जी संस्कार हो गया हुण फलाना फलाना दान कर दो फलाना पुण्य कर दो फलाने थां फुल पाया अरदास हो गई लंगर लग गया बस मुक्ति हो गई लगता ना पर एक दज्जा एक दबी है दूजे साडे भरा ने जिहड़े मुसलमान भरा ईसाई भरा वो शरीर नूं दफनाउंदे आ वेखो मृतक वो दब दिंदे ने मुर्दे कहते एक ना कुत्ते खा एक इदां दे भी पारसी लोग पर्शियन बोलदे वो भी उन्हां दा भी अपना धर्म आ कोई उन्होंने मर्यादा है कि जो उन्होंने कोई भी प्राणी मृतक हो जाए ना वो शमशान भूमि उन्होंने जी बनी है उत्थे रह जाते कपड़े उतार देंगे मृतक के सारे बस थड़े के इदा ही लम्मा पा के छड्ड आउंदे वापस नंगे धड़ पे पिछों ना फिर गिरजा इन्हां कुत्ते कां वो प्राणी का मांस खाते हैं सब खा लेते कले हड्ड बच जाते हैं पिंजर पे है उन्होंने बड़े लंबे लंबे धरती खूह पट्टे हैं डूंगे पिंजरा चुक के जिवें आपां फुल चुक के लोग जाते हैं नहर च पाते पानी च वो की करते हो पूरा साबत चुक के खूह च पा देंगे बस उन्होंने पूरा हो गया एक होर भी एक पानी विचों सटी है तुसीं कई बाबे वेख्या होना वो कहते भी जी साडा शरीर ना मरण तो बाद अगड़ भेंट ना करियो तुसीं जी फलाने दरिया च जल प्रवाह करते होते
देखो मन समझा रहा कि मनुख की जितनी बुद्धि है वो अपने ढंग नाल व्यक्तिक शरीर नूं विले ला के ना वो सुरखरू हो गया, लो जी हुण मुक्त हो गया, उन्होंने लगता है। और लास्ट वाली पंक्ति पढ़े सच्चे पातशाह जी कहते नानक ये बना जब भाई ये कुछ करने तो बाद, संस्कार करने तो बाद, पानी च तैरन तो बाद, खूहां च पाउण तो बाद, उदों बाद ये कोई पता नहीं कित्थे जाए समाए, वो प्राणी आत्मक तौर पर किथे चलिया गया कोई पता नहीं। सानू लगता कि वो इस तरह हो गया, वो उस जोन च चलिया गया, वो हुण वो बन गया, वो सानू लगता, पर बाणी कहती भी नहीं। एक जिउण जिंदगी जिहड़ी जिंदगी तू जिउना ना उस विच समझ लै, मरण तो बाद नहीं। जिहड़ा जीवन है जिंदगी है गुरमत जिहड़ी फिलासफी है वो कहती तू जिउंदिया गुरु वाले पासे रब वाले पासे आ, मरण तो बाद तैनूं कोई स्वर्ग मिलू या तैनूं कोई फलानी पदवी मिलू, तू फलाने थां ते जाएगा, ये गुरु जी कहते ये नहीं पैना, जवाब दे रहे। वो कहते देखो जीवन नूं असीं सुखमनी साहब पढ़ते हैं, सच्चे पातशाह जी कहते प्रभ की आज्ञा आत्म हितावै, जीवन मुक्त सुख हावै। कहते भाई तू ना जिंदगी जिउंदिया जिउंदिया प्रभु की आज्ञा विच चली, हुक्म हुक्म रजाई चलना नानक लिखिया था, हुक्म च चली जिउंदा, आज्ञा च चली। जदों आज्ञा च चलेगा तो फिर की होएगा, जीवन मुक्त सुख। पंजाबी में सीधा कहने का भाव मेरा यह है भी बंदे और सिख ने मुक्ति लैनी है, लेकिन लैनी मरण तो बाद मुक्ति नहीं लैनी, ना मिले मुक्ति मिलूगी जिउंदिया जियां नूं। आखो सतनाम श्री वाहिगुरू। पंजाबी सीधा यह भाव है, जे मुक्त होना चाहते हैं, मुक्ति लैनी चाहते हैं तो जिउंदे जी गुरु वाले पासे तुरो, जिउंदे जी ज्ञान गुरु पातशाह जी का जीवन का चज सिख। देखो कितना स्पष्ट लिखिया, गौरव मिल चज आचार सिख तो कदे ना लगे दुख, तू सच्चे पातशाह जी को मिल कि तू जिंदगी जिउण दी अकल लै, चज सिख। असी कितने पढ़ के रखो, जो कोई पिंड चलेगा तो जो कुछ बड़े शहर च रहिंदा, शहर वाले को लगता पिंड वाले को अकल ही नहीं रहन दी, लगता ना। जो दिल्ली रहिंदा उन्होंने लगता चंडीगढ़ वाले को अकल ही नहीं रहन दी, जो कनेडा रहिंदा उन्होंने लगता इंडियन तो बिल्कुल नॉनसेंस ने, इन्होंने अकल ही नहीं लगता ना। उन्होंने अपन लगी जाता पाकिस्तानी जमा ही बेकार ने, असी बड़े एडवांस हाँ। पर गुरु पातशाह जी कहते तू तेन लगी जाता भुलेखा, पर तेन जिंदगी जिउण दी अकल हाले आई नहीं, चज आया। गुरु पातशाह नाल जुड़ना, एक आप शब्द विचारते हैं सोही राग का, सोही महला पहला। पांडा हच्छा सोए जो तिस भाव सी, पांडा आत्मलीन तोता हच्छा ना होए सी। पांडा कहते हैं एक बर्तन कहते वेख आ जिहड़ा तेरा शरीर है एक भांडा है, एक बर्तन है, ये तेरे सतगुरु नूं परमेश्वर नूं तां सोहना लगूगा भांडा अच्छा सोए। अच्छे का मतलब अच्छा साफ, ये शरीर रूपी भांडा तां अच्छा होगा जो तिस भाव सी जे तेरे गुरु नूं तू पाउना है, तेरे गुरु की नजर खुशी तेरे ते है, तेरे
गुरु के मुताबिक तू अच्छा है ना, आपके मुताबिक तो सारे अच्छे हैं। पर रखो मारे सच्चे पातशाह जी कहते घट ना किना कहाया, घाट ना किना कहाया, सब कहते हैं पाया। एक कर है गल्ला, गल्ला बहुत ने, गल्ला नाल गल नहीं बनती। अपने आप को सारे कहते ने भी मैं पूरा, मैं सही हाँ, मैं अच्छा, मैं चंगा, मैं भला मानस हाँ। पर भला मानस उदों बनेगा जो गुरु कहूगा भी हाँ तू भला मानस हाँ। भांडा अच्छा सोए जो तिस भावस, भांडा आत्मलीन। प्यारे गल तो जमा ही उल्टा, तेनू लगता मैं बड़ा भला मानस हाँ, गुरु की नजर में गुरु कहता तू ते अति मलीन तुरया फिरदा। भांडा आत्मलीन, तेरा भांडा तो बड़ा मैला, मन का भांडा, मन च वकार बड़े ने, अवगण बड़े, कितना मैल भरी है, काम, क्रोध, लोभ, मोह, अहंकार। इन्हां गाफलता की नींद सुते पे, जाग ले हो रे मना, जाग ले हो। सच्चे पातशाह जी कहते भाई जाग, सौ मलीनता बड़ी है, मैल बड़ी है, भांडा आत्मलीन, धोता अच्छा ना हो। इसका मतलब ये नहीं कि असं ढोण का जतन ही नहीं करते। देखो सानू लगता है मालक असीं पापी वाले हाँ, सानू लगता ना कई कदे कदे अरदास करते हैं गुरुद्वारे, फिर आप दान भी करते हैं, लो जी इन्ने की देख कराते हैं, लो जी स्नान करे फिर नहाए साढ़े पाप लै जान। असीं आपदे हिसाब नाल उस भांडे नूं मांजण दा जतन तो बहुत करते हैं, बड़ा असीं दान पुण्य, असीं धर्म क्रिया क्रियावां करन दा जतन करते हैं। पर सतगुरु जी चिट्टा कह रहे हैं, कहते धोता अच्छा ना होए सी, तेरे हिसाब नाल धोण नाल इहने निर्मल नहीं होना, तू उहदे बहुत धोना है, तेरी मत नाल गल नहीं बनती। देखो अंदरों झूठे पैज मार दुनिया अंदर फैल, 68 तीर्थ जे ना है उतरे ना ही मैल। देखो अंदरों झूठे किन्ने पंजाबी विच वचन मारा बन रहे शब्द लफ्ज, अंदरों का झूठा मैं ते बाहरों मैं बड़ा साफ सुथरा निखरिया होया। अंदरों झूठे पैज बाहरों पैज इतनी सोहनी बनाई है ना, असा लगता भी ये तो रब्बी रूही है, ऐ लगता गल्लां बड़ियां सोहनियां जानता, छोटी जी उम्र का बाहरों लगता, बाहरों पैज बनाई है, दुनिया अंदर फैल ते दुनिया च फैलया करता, भावा चौड़ा हो बड़े बड़े महान, बड़े चंगे, ते फिर 68 तीर्थ जेल ना मैं। सच्चे पातशाह जी कहते भाई तेरी मैल है नहीं रहनी, भावें 68 तीर्थां ते नहावे उतरदा ही मैल, इस तरह मैल नहीं उतरदा। गाफलता दी नींद विच ना सौ, पंजे चोरा ने रुपया होए कर तेरा, रुपया तो कैसी जागदा, पंजे चोरा
सरदार मेजर सिंह जी उन्होंने धर्म पत्नी ने बापू बुजुर्ग माता जी दोने चले गए ते उन्होंने बेटे कैप्टन साहब बहादुर सिंह जी, दूसरे बेटे निशान सिंह जी, साबका सरपंच साहब भाई सुखदेव सिंह जी IPS DGP साहब IB दे उन्होंने सारे परिवार का धन्यवाद। सो बिक्रमजीत सिंह जी जो शहर आड़ती एसोसीएशन के मैंबर हैं और गुरसेवक सिंह जी नाल अमृतपाल वीर जी साडे अमृतपाल सिंह जी वो आप पार्टी के नुमाइंदे ने हल्का इंचार्ज ने इथों ते हरदेन सिंह जी अमेरिका सैटल ने उत्थे जॉब करते हैं। सारे परिवार का धन्यवाद है। धन धन श्री गुरु ग्रंथ साहिब महाराज सच्चे पातशाह का कोटान कोट धन्यवाद। सतगुरु भाणा मनण वाला माल बख्शे फरीदा किथे तड़े मापिया जिन्नी तू जने तै पासों लग गए तू अजे ना पति नहीं। किथे गए मापे जेड़े लाड लड़ोंदे सी, 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 किथे गए मापे जेड़े लाड आनंद पया मेरी माए सतगुरु मैं पाया, माया से मनवनिया
ਬਿਨਸੈ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਥ ਅਸਟ ਮਹਾਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਰਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਚਾਰ ਪਦਾਰਥ ਅਸ਼ਟ ਮਹਾਸਿਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੀਤਾ ਦਰਿਆਵਾ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹਿੰਜ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸਗਾਲੀ ਰੱਬ ਕੀਆਂ। ਕਹਿਣ ਦਾ ਭਾਵ ਕਿ ਗੁਰਬਾਣੀ ਦੇ ਅਨੁਸਾਰ ਜਿੱਥੇ ਸੰਸਾਰ ਦੀ ਨਾਸ਼ਵੰਤਤਾ ਦਾ ਜ਼ਿਕਰ ਹੋਇਆ ਹੈ ਉੱਥੇ ਇੱਕ ਗੱਲ ਸਾਨੂੰ ਸਮਝਾਈ ਗਈ ਹੈ, ਦ੍ਰਿੜਮਾਨ ਕਰਾਈ ਗਈ ਹੈ ਕਿ ਜੋ ਵੀ ਸਰੀਰ ਕਰਕੇ ਇੱਥੇ ਆਇਆ ਉਸਨੇ ਇੱਥੋਂ ਚਲੇ ਜਾਣਾ ਹੈ। ਸੋ ਇਹਨਾਂ ਹੀ ਹੁਕਮਾਂ ਦੇ ਤਹਿਤ ਸਤਿਕਾਰਯੋਗ ਮਾਤਾ ਜੀ ਜਿਹੜੀ ਲਗਭਗ 1 ਸਦੀ ਤੋਂ ਉੱਪਰ 108 ਵਰੇ ਦੀ ਆਪਣੀ ਆਜੂ ਬਤੀਤ ਕਰਕੇ ਮਾਤ ਲੋਕ ਤੋਂ ਆਪਣੀ ਫੁਲਵਾੜੀ ਨੂੰ ਆਪਣੇ ਬੱਚਿਆਂ ਨੂੰ ਤਿੰਨੋਂ ਸੁਪੁੱਤਰਾਂ ਇੱਕ ਬੀਬਾ ਜੀ ਸਰਦਾਰ ਕੈਪਟਨ ਬਹਾਦਰ ਸਿੰਘ ਸਰਦਾਰ ਨਿਸ਼ਾਨ ਸਿੰਘ ਜੀ ਸਾਬਕਾ ਸਰਪੰਚ ਅਤੇ ਸਰਦਾਰ ਸੁਖਦੇਵ ਸਿੰਘ ਜੀ ਤੇ ਚੌਥੇ ਨੰਬਰ ਤੇ ਬੇਟੀ ਬੀਬਾ ਬਲਵੀਰ ਕੌਰ ਜੋ ਕੈਨੇਡਾ ਦੇ ਵਿੱਚ ਸੈਟਲ ਨੇ। ਚਾਰੋਂ ਹੀ ਬੱਚਿਆਂ ਨੂੰ ਉਹਨਾਂ ਨੇ ਬਹੁਤ ਅੱਛੀ ਤਾਲੀਮ ਹਾਸਲ ਕਰਵਾਈ ਤੇ ਮੈਂ ਸਮਝਦਾ ਕਿ ਅੱਜ ਦਾ ਇਹ ਐਡਾ ਵੱਡਾ ਇਕੱਠ ਤੇ ਉਹਨਾਂ ਦੇ ਤਿੰਨੋਂ ਸੁਪੁੱਤਰ ਜਿਹੜੇ ਕਿਸੇ ਸ਼ਖਸੀਅਤ ਕੋਈ ਜਾਣ ਪਛਾਣ ਦੀ ਮਹਿਤਾਜ ਨਹੀਂ। ਕੈਪਟਨ ਬਹਾਦਰ ਸਿੰਘ ਦੇਸ਼ ਦੀ ਆਰਮੀ ਦੇ ਵਿੱਚ ਬਹੁਤ ਵੱਡੇ ਰੈਂਕ ਤੇ ਅਫਸਰ ਨਿਯੁਕਤ ਹੋਏ। ਸਰਦਾਰ ਸੁਖਦੇਵ ਸਿੰਘ ਜੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਏਜੰਸੀ IB ਉਹਦੇ IG ਸੇਵਾ ਮੁਕਤ ਹੋਏ IPS ਸਨ। ਸਰਦਾਰ ਨਿਸ਼ਾਨ ਸਿੰਘ ਜੀ ਜਿਨ੍ਹਾਂ ਨੇ ਇਸ ਨਗਰ ਦੀ ਬਤੌਰ ਸਰਪੰਚ ਸੇਵਾ ਕੀਤੀ, ਨਾਲੋਂ ਨਾਲ ਆੜਤ ਦਾ ਕਾਰੋਬਾਰ ਵੀ ਦੇਖਦੇ ਹੈ। ਸੋ ਕਹਿਣ ਦਾ ਭਾਵ
ਇਹ ਸਾਰਾ ਕੁਝ ਮਾਤਾ ਜੀ ਦੇ ਸੰਸਕਾਰਾਂ ਦੀ ਬਦੌਲਤ, ਉਹਨਾਂ ਦੀ ਨੇਕ ਸ਼ਖਸੀਅਤ, ਨੇਕ ਚੱਲਣੇ ਦੇ ਕਰਕੇ ਸੰਭਵ ਹੋਇਆ। ਮੈਂ ਦੇਖ ਰਿਹਾ ਕਿ ਅੱਜ ਸਮਾਜ ਦੇ ਹਰ ਖੇਤਰ ਦੇ ਵਿੱਚੋਂ ਔਰ ਸਾਰੀਆਂ ਹੀ ਰਾਜਨੀਤਿਕ ਦਲਾਂ, ਧਾਰਮਿਕ ਸੰਗਠਨਾਂ ਦੇ ਆਗੂ ਸਹਿਬਾਨ ਇੱਥੇ ਹਾਜ਼ਰ ਨੇ। ਪਰਿਵਾਰ ਦੇ ਅਸਰ ਰਸੂਖ ਸਦਕਾ ਤੇ ਮੈਂ ਸੀਮਤ ਸਮੇਂ ਦੇ ਵਿੱਚ ਕੁਝ ਕੁ ਬੁਲਾਰਿਆਂ ਨੂੰ, ਕਿਉਂਕਿ ਪਰੰਪਰਾ ਹੈ ਵੱਡੇ ਪਰਿਵਾਰਾਂ ਦੇ ਵਿੱਚ ਵੱਡੇ ਲੋਕ ਆਉਂਦੇ ਨੇ, ਵੱਡੀਆਂ ਸ਼ਖਸੀਅਤਾਂ ਦਰਸ਼ਨ ਕਰਨ ਆਉਂਦੀਆਂ, ਉਹਨਾਂ ਨੂੰ ਤੁਹਾਡੇ ਮੈਂ ਰੂਬਰੂ ਕਰਨਾ ਹੈ। ਉਸ ਤੋਂ ਪਹਿਲਾਂ ਮੈਂ ਸੰਖੇਪ ਦੇ ਵਿੱਚ ਇਸੇ ਹੀ ਨਗਰ ਦੇ ਡਾਕਟਰ ਨਿਰਮਲ ਸਿੰਘ ਜੀ, ਜੋ ਗਵਰਨਮੈਂਟ ਕਾਲਜ ਦੇ ਰੋਪੜ ਦੇ ਵਿੱਚ ਪ੍ਰੋਫੈਸਰ ਨੇ, ਉਹ ਪਰਿਵਾਰ ਦੇ ਬਹੁਤ ਨਜ਼ਦੀਕੀ ਨੇ, ਉਹ ਬੜੇ ਸੰਖੇਪ ਦੇ ਵਿੱਚ ਮਾਤਾ ਜੀ ਦੀ ਜੀਵਨੀ ਤੇ ਚਾਨਣਾ ਪਾਉਣਗੇ। ਉਸ ਤੋਂ ਬਾਅਦ ਮੈਂ ਕੁਝ ਬੁਲਾਰਿਆਂ ਨੂੰ ਤੁਹਾਡੇ ਰੂਬਰੂ ਕਰਨਾ ਹੈ। ਸਾਰੇ ਬੁਲਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਬੜੇ ਸੰਖੇਪ ਦੇ ਵਿੱਚ ਰਹਿ ਕੇ ਆਪਾਂ ਪਰਿਵਾਰ ਬਾਰੇ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ। ਡਾਕਟਰ ਨਿਰਮਲ ਸਿੰਘ। ਮਾਂ ਜਿਹਾ ਛਾਵਾਂ ਬੁੱਢਾ ਮੈਨੂੰ ਕਿਧਰੋਂ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਈ। ਸਾਡੇ ਬਹੁਤ ਹੀ ਅਦਬ, ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਰੂਹਾਨੀ ਸ਼ਖਸੀਅਤ ਦੇ ਮਾਲਿਕ ਸਾਡੇ ਮਾਤਾ ਜੀ ਰਣਜੀਤ ਕੌਰ ਸਿੱਧੂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਸਮੂਹ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਤੋਂ ਖਿਮਾ ਮੰਗ ਲੈਂਦੇ ਕਿ ਵਕਤ ਜ਼ਿਆਦਾ ਹੋ ਗਿਆ, ਪਰ ਬਹੁਤ ਹੀ ਸਿਆਣੀਆਂ ਤੇ ਉੱਘੀਆਂ ਪ੍ਰਸ਼ਾਸਨਿਕ ਖੇਤਰ ਤੋਂ, ਧਾਰਮਿਕ ਖੇਤਰ ਤੋਂ, ਰਾਜਨੀਤਿਕ ਖੇਤਰ ਤੋਂ ਸ਼ਖਸੀਅਤਾਂ ਪਹੁੰਚੀਆਂ ਨੇ। ਜ਼ਿਆਦਾ ਵਕਤ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਮੈਂ ਮਾਤਾ ਜੀ ਨੂੰ, ਕਿਉਂਕਿ ਭਾਈ ਸਾਹਿਬ ਵਾਰ-ਵਾਰ ਇੱਕ ਧਰਤੀ ਦਾ ਜ਼ਿਕਰ ਕਰ ਰਹੇ ਸੀਗੇ, ਅਨੰਦਪੁਰ ਸਾਹਿਬ ਦੀ ਧਰਤੀ, ਰੋਪੜ ਦੀ ਧਰਤੀ, ਮੈਂ ਉਸ ਧਰਤੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਭਾਈ ਸਿੱਧੂ ਸਾਹਿਬ ਹੋਰਾਂ ਨੇ ਮੈਨੂੰ ਅੱਖਾਂ ਭਰ ਕੇ ਕੁਝ ਸ਼ਬਦ ਬੋਲਣ ਲਈ ਕਿਹਾ। ਇਹ ਗੱਲ ਕਹਿੰਦੇ ਆ ਕਿ ਵੀ ਕਾਲੀਏ ਕੋਇਲੇ ਤੂੰ ਕਿਸ ਬਿੱਦ ਕਾਲੀ। ਕੋਇਲ ਜਿਹੜਾ ਪੰਛੀ ਹੈ ਉਹਦਾ ਰੰਗ ਕਾਲਾ ਹੁੰਦਾ ਹੈ, ਉਹਦੇ ਬਾਰੇ ਜੋ ਸਾਡੀ ਲੋਕ ਧਾਰਾ ਹੈ ਉਹ ਇਹ ਕਹਿੰਦੀ ਹੈ ਵੀ ਕਾਲੀਏ ਕੋਇਲੇ ਤੂੰ ਕਿਸ ਬਿੱਦ ਕਾਲੀ। ਫਿਰ ਉਹਦਾ ਜਵਾਬ ਦਿੱਤੀਆਂ ਸੀ ਸਾਡੀਆਂ ਬਜ਼ੁਰਗ ਔਰਤਾਂ, ਨਿੱਕੇ ਹੁੰਦਿਆਂ ਦੇ ਮਰ ਕੇ ਮਾਪੇ, ਸੋਚੀ ਹੋ ਗਏ ਰੰਗ ਕਾਲੇ। ਮਾਪਿਆਂ ਦਾ ਵਿਛੋੜਾ ਬਹੁਤ ਦੁਖਦਾਈ ਹੁੰਦਾ ਹੈ, ਪਰ ਜਿਸ ਮਾਤਾ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹਾਂ, ਦਿਲ ਦੀਆਂ ਗਹਿਰਾਈਆਂ ਚੋਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਕਹਿਣੀ ਬਣਦੀ ਹੈ ਕਿ ਮਾਤਾ ਜੀ ਨੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੱਚਾ ਜੀਵਨ ਭੋਗਿਆ। ਇਹੋ ਜਿਹਾ ਜੀਵਨ ਪਰਮਾਤਮਾ ਇਸ ਦੁਨੀਆ ਤੇ ਹਰ ਇੱਕ ਨੂੰ ਦੇਵੇ। ਮਾਤਾ ਜੀ 104 ਸਾਲ ਦੀ ਉਮਰ ਭੋਗ ਕੇ 24 ਮਾਰਚ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਜੀਵਨ ਦੇ ਬਾਰੇ ਚ ਮੈਨੂੰ ਜੋ ਆਪਣੇ ਆਪ ਲੱਗਦਾ ਕਿ ਉਹਨਾਂ ਦੀ ਸ਼ਖਸੀਅਤ ਕਿਸੇ ਮਹਾਂਪੁਰਖ ਤੋਂ ਘੱਟ ਨਹੀਂ ਸੀ, ਪਰੰਤੂ ਆਪ 5 ਭੈਣ ਭਰਾਵਾਂ ਚੋਂ ਸਭ ਤੋਂ ਵੱਡੇ ਸਨ ਤੇ ਆਪ ਜੀ ਦਾ ਜਨਮ 1917 ਵਿੱਚ ਹੋਇਆ ਸੀ। ਆਪ ਜੀ ਦੇ ਮਾਤਾ ਪਿਤਾ ਖੁਦ ਬਹੁਤ ਧਾਰਮਿਕ ਤੇ ਸਮਾਜਿਕ ਖਿਆਲਾਂ ਦੇ ਮਾਲਕ ਸਨ। ਮਾਤਾ ਜੀ ਦਾ ਗੁਰਬਾਣੀ ਦੇ ਨਾਲ ਬਹੁਤ ਲਗਾਓ ਸੀ। ਮੈਂ ਸੋਚ ਇਹ ਰਿਹਾ ਸੀਗਾ ਕਿ ਅਸੀਂ ਵਿਦਵਤਾ ਲੈ ਕੇ ਵੱਡੀਆਂ ਵੱਡੀਆਂ ਸ਼ਖਸੀਅਤਾਂ ਬੈਠੀਆਂ ਸੀ, ਮਾਤਾ ਜੀ ਬਾਰੇ ਕੀ ਬੋਲਾਂਗੇ। ਮਾਤਾ ਜੀ ਬਿਲਕੁਲ ਅਨਪੜ੍ਹ ਸਨ, ਲੇਕਿਨ ਗੁਰਬਾਣੀ ਦੀ ਪੂਰੀ ਸਮਝ, ਗੁਰਬਾਣੀ ਦਾ ਜਵਾਨੀ ਯਾਦ ਹੋਣਾ,
ਮਾਤਾ ਜੀ ਦਾ ਸ਼ਖਸੀਅਤ ਦਾ ਵੱਡਾ ਗੁਣ ਸੀ। ਬਾਈ ਜੀ ਨੇ ਕਿਹਾ ਸੀ ਕਿ ਸਾਨੂੰ ਨਿੱਕੇ ਹੁੰਦਿਆਂ ਨੂੰ ਮਾਤਾ ਜੀ ਨੇ ਬਹੁਤ ਵੱਡੇ ਮਹਾਂਪੁਰਖਾਂ ਦੇ ਦਰਸ਼ਨ ਕਰਾਏ। ਸੰਤ ਬਾਬਾ ਈਸਰ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਖੇਮ ਸਿੰਘ ਜੀ, ਸੰਤ ਬਾਬਾ ਸਤਨਾਮ ਸਿੰਘ ਜੀ। ਤੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਨਾਲ, ਸਾਡੇ ਬੇਟੇ ਅੰਮ੍ਰਿਤਪਾਲ ਦੇ ਨਾਲ ਇਸ ਗੁਰਦੁਆਰੇ 'ਚ ਦਰਸ਼ਨ ਕਰਕੇ ਗਏ। ਉਸ ਤੋਂ ਬਾਅਦ ਸੰਤ ਬਾਬਾ ਬਲਵੀਰ ਸਿੰਘ ਹੋਰਾਂ ਦੇ ਵੀ ਦਰਸ਼ਨ ਕੀਤੇ। ਉਹਨਾਂ ਨੂੰ ਇਸ ਗੱਲ ਦਾ ਆਪਣੇ ਆਪ ਗਿਆਨ ਹੋ ਗਿਆ ਕਿ ਮੈਂ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ, ਇਸ ਦੁਨੀਆ ਨੂੰ ਅਲਵਿਦਾ ਕਹਿ ਦੇਣਾ ਹੈ। ਬਾਈ ਜੀ ਨੇ ਅੱਖਾਂ ਭਰੀਆਂ ਜਦੋਂ ਮੈਨੂੰ ਗੱਲ ਦੱਸੀ ਕਿ ਸਾਰੇ ਪਰਿਵਾਰ ਨੂੰ, ਬਾਲ ਬੱਚਿਆਂ ਨੂੰ ਇਹ ਕਹਿ ਦਿੱਤਾ ਸੀ ਕਿ ਮੈਨੂੰ ਆ ਕੇ ਮਿਲ ਜਾਓ ਸਾਰੇ ਜਣੇ। ਇਹੋ ਜਿਹਾ ਜੀਵਨ ਬਹੁਤ ਘੱਟ ਲੋਕਾਂ ਦੇ ਹਿੱਸੇ ਹੁੰਦਾ ਹੈ। ਪਰੰਤੂ ਜਿਸ ਗੱਲ ਨੂੰ ਆਪਾਂ ਵਾਰ-ਵਾਰ ਸਾਡੇ ਭਾਈ ਸਾਹਿਬ ਕਹਿ ਰਹੇ ਸੀਗੇ, ਉਸ ਤੇ ਥੋੜਾ ਜਿਹਾ ਮੇਰੀ ਏਡੀ ਕੋਈ ਵਿਦਵਤਾ ਨਹੀਂ, ਪਰੰਤੂ ਕਿਤੇ ਸਮਾਜ ਵਿੱਚ ਇਹ ਤਾਂ ਨਹੀਂ ਹੋ ਰਿਹਾ ਕਿ ਸਾਡੀਆਂ ਜਿਹੜੀਆਂ ਮਾਵਾਂ ਨੇ, ਤਿੰਨ ਮਾਂ ਹੁੰਦੀਆਂ ਬੰਦੇ ਦੀਆਂ, ਇੱਕ ਜਿਹੜੀ ਮਾਂ ਜਿਹਨੇ ਜਨਮ ਦਿੱਤਾ ਹੈ ਉਹ ਦੁਖੀ ਨੇ ਵਰਤਮਾਨ ਸਮੇਂ 'ਚ, ਇੱਕ ਮਾਂ ਬੋਲੀ ਜਿਹੜੀ ਬੇਬੇ ਬਾਪੂ ਨੇ ਸਿਖਾਈ ਹੈ ਉਹ ਵੀ ਕਿਤੇ ਨਾ ਕਿਤੇ ਡਿੱਗ ਡੋਲੇ ਖਾ ਰਹੀ ਹੈ, ਤੇ ਤੀਜੀ ਬਾਰੇ ਤੁਸੀਂ ਸੋਚ ਰਹੇ ਹੋ, ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਦਿੱਲੀ ਵੱਲ ਕੂਚ ਹੋ ਰਹੀ ਹੈ, ਉਹ ਧਰਤੀ ਮਾਤਾ। ਤਿੰਨੇ ਮਾਵਾਂ ਇਸ ਸਮੇਂ ਸੰਕਟ ਵਿੱਚ ਨੇ। ਕਰਨਾ ਕੀ ਚਾਹੀਦਾ, ਕਰਨਾ ਕੀ ਹੈ? ਛੋਟੀ ਉਮਰ ਹੈ, ਬਹੁਤ ਸਾਰੇ ਸਿਆਣੇ ਲੋਕ ਨੇ। ਇੱਕ ਮੈਂ ਲਾਈਨਾਂ ਕੁਝ ਦਿਨ ਪਹਿਲਾਂ ਲਿਖਿਆ ਸੀਗੀਆਂ, ਜਦੋਂ ਜ਼ਿਮੀਂਦਾਰ ਫਸਲ ਬੀਜਦਾ, ਫਸਲ ਵੱਡੀ ਹੁੰਦੀ ਤੇ ਘਰ 'ਚ ਗੱਲ ਚੱਲਦੀ ਕਿ ਵੱਡੀ ਕੁੜੀ ਦਾ ਵਿਆਹ ਕਰ ਲਓ। ਫਿਰ ਗੱਲ ਚੱਲਦੀ ਕਿ ਫਸਲਾਂ ਨੇ ਹੁਣ ਰੰਗ ਵਟਾ ਲਏ, ਹੁਣ ਵੱਡੇ ਮੁੰਡੇ ਦਾ ਵਿਆਹ ਕਰ ਲਓ। ਲੇਕਿਨ ਹੁਣ ਕੀ ਹੋ ਰਿਹਾ ਹੈ? ਇਹ ਮੈਂ ਮਾਤਾ ਜੀ ਨੂੰ ਡੈਡੀਕੇਟ ਕਰਦਾ। ਪੰਜਾਬ ਸਰਕਾਰ ਨੇ ਕਿਸੇ ਮੈਗਜ਼ੀਨ 'ਚ ਮੇਰੀਆਂ ਲਾਈਨਾਂ ਲਾਈਆਂ ਨੇ, ਫਸਲਾਂ ਉੱਗੀਆਂ ਨਹੀਂ ਮਾਏ, ਉਮੀਦਾਂ ਜਗੀਆਂ ਨਹੀਂ ਮਾਏ। ਜਦੋਂ ਫਸਲ ਉੱਗਦੀ ਸਾਡੀਆਂ ਉਮੀਦਾਂ ਜਗਦੀਆਂ, ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ ਮੇਰੇ ਬੱਚੇ ਵੱਡੇ ਹੋਏ। ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਬਾਈ ਜੀ ਸੁਖਦੇਵ ਸਿੰਘ ਸਿੱਧੂ ਕਿੱਡੀ ਸ਼ਖਸੀਅਤ ਨੇ, ਕਿੱਡੀ ਵੱਡੀ ਇੰਡੀਆ ਦੀ IPS ਜੌਬ ਦੇ ਵਿੱਚੋਂ DGP ਤੌਰ ਤੇ ਰਿਟਾਇਰ ਹੋਏ ਨੇ। ਭਾਈ ਨਿਸ਼ਾਨ ਸਿੰਘ ਹੋਰਾਂ ਨੇ ਪਿੰਡ ਦੀ ਨੁਮਾਇੰਦਗੀ ਕੀਤੀ ਹੈ, ਉਹ ਨੁਮਾਇੰਦਗੀ ਕੀਤੀ ਹੈ ਜੋ ਹੋਣੀ ਚਾਹੀਦੀ ਹੈ। ਔਰ ਬਾਈ ਜੀ ਦਾ ਸਭ ਤੋਂ ਵੱਡਾ ਜੇ ਮੈਂ ਯੋਗਦਾਨ ਸਮਝਦਾ ਹੈ ਭਾਈ ਬਹਾਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਦੇਸ਼ ਦੀ ਉਸ ਫੌਜ ਵਿੱਚ ਨੌਕਰੀ ਕੀਤੀ ਹੈ ਜਾਂ ਉਸ ਵੱਡੀ ਦੇਸ਼ ਦੀ ਸਰਵਿਸ ਸੇਵਾ ਕੀਤੀ ਹੈ ਜਿੱਥੋਂ ਜ਼ਿਆਦਾਤਰ ਬੰਦਾ ਮੁੜਦਾ ਨਹੀਂ, ਜੇ ਮੁੜਦਾ ਤਾਂ ਤਿਰੰਗੇ 'ਚ ਮੁੜਦਾ ਹੈ। ਸੋ ਇਸ ਗੱਲ ਦਾ ਮਾਣ ਇਸ ਮਾਤਾ ਨੂੰ ਜਾਂਦਾ ਹੈ। ਇਹ ਧਰਤੀ ਮਹਾਂਪੁਰਖਾਂ ਦੀ ਧਰਤੀ ਹੈ, ਸੰਤ ਬਾਬਾ ਭਾਗ ਸਿੰਘ ਦੀ ਧਰਤੀ ਹੈ। ਮੇਰਾ ਆਪ ਸਭ ਨੂੰ ਇੱਕ ਛੋਟਾ ਬੱਚਾ ਸਮਝ ਕੇ ਅਪੀਲ ਆ ਕਿ ਇਸ ਧਰਤੀ ਤੋਂ ਉਪਦੇਸ਼ ਬਾਹਰ ਜਾਂਦਾ ਰਿਹਾ ਹੈ, ਇਸ ਧਰਤੀ ਵੱਲ ਨੂੰ ਉਪਦੇਸ਼ ਆਇਆ ਨਹੀਂ ਹੈ। ਜੇਕਰ ਸਾਡੇ ਬੱਚੇ ਅੱਜ ਵਿਗੜੇ ਆ ਤਾਂ ਉਹਨਾਂ ਨੇ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ। ਆਹ ਵਿਦਵਤਾ ਜਿਹੜੀ ਅਸੀਂ ਬੋਲ ਰਹੇ ਹਾਂ, ਵਿਦਵਤਾ ਅਸੀਂ ਯੂਨੀਵਰਸਿਟੀਆਂ ਜਾਂ ਕਾਲਜਾਂ ਚੋਂ ਨਹੀਂ ਲਈ। ਇਹ ਵਿਦਵਤਾ ਇਹਨਾਂ ਮਾਤਾਵਾਂ ਤੋਂ, ਇਹਨਾਂ ਬਜ਼ੁਰਗਾਂ ਤੋਂ, ਇਹਨਾਂ ਮਹਾਂਪੁਰਖਾਂ ਤੋਂ ਲਈ ਹੈ, ਜਿਹੜੇ ਮਹਾਂਪੁਰਖ ਸਾਨੂੰ ਹਮੇਸ਼ਾ ਸਿੱਪੀਆਂ ਪੜ੍ਹ ਕੇ ਨਿਰਮਲੇ ਸਾਧੂ ਇਸ ਪਿੰਡ ਵੱਲ ਤੁਰੇ ਹੁੰਦੇ ਤੇ ਮਾਤਾ ਜੀ ਖੁਦ ਦਰਸ਼ਨ ਕਰਨ ਲਈ ਸੰਤ ਬਾਬਾ ਭਾਗ ਸਿੰਘ ਦੇ ਡੇਰੇ ਵੱਲ ਜਾਂਦੇ ਤਾਂ ਸਾਡਾ ਵੀ ਮਸਤਕ ਨੀਵਾਂ ਹੁੰਦਾ। ਮੈਂ ਜਿਹੜੀ ਗੱਲ ਕਹਿ ਰਿਹਾ ਸੀ, ਫਸਲਾਂ ਉੱਗੀਆਂ ਨਹੀਂ ਮਾਏ, ਉਮੀਦਾਂ ਜਗੀਆਂ ਨਹੀਂ ਮਾਏ, ਫਸਲਾਂ ਰੰਗ ਵਟਾਏ, ਪੁੱਤ ਕਰਲੇ ਪੜਾਏ, ਫਸਲਾਂ ਪੱਕੀਆਂ ਨਹੀਂ ਮਾਏ, ਧੀਆਂ ਪਰਦੇਸੀ ਟੱਕੀਆਂ ਨਹੀਂ ਮਾਏ, ਖੇਤੀ ਖਸਮਾਂ ਸੇਤੀ ਨਹੀਂ ਮਾਏ, ਘਰ ਵਿੱਚ ਵੜ ਕੇ ਭੇਤੀ ਨਹੀਂ ਮਾਏ। ਕਿਤੇ ਇੱਥੇ ਬੈਠ ਕੇ ਮੰਥਨ ਕਰ ਰਹੇ ਆ, ਬੱਚੇ ਮੋਬਾਈਲ ਫੋਨਾਂ ਤੇ ਅਟੈਚ ਨੇ। PGI ਦੀ ਰਿਪੋਰਟ ਹੈ ਕਿ 3 ਸਾਲ ਦੇ ਬੱਚੇ ਬੋਲਣਾ ਭੁੱਲ ਗਏ ਆ। 3 ਸਾਲ ਦੇ ਬੱਚਿਆਂ ਦੀ ਬਿਮਾਰੀ ਆ ਰਹੀ ਹੈ ਕਿ ਬੱਚੇ ਬੋਲਣਾ ਭੁੱਲ ਰਹੇ ਪੰਜਾਬ ਦੇ ਵਿੱਚ। ਕਿਉਂ? ਕਿਆ ਗੱਲਾਂ ਅਸੀਂ ਬੱਚਿਆਂ ਨਾਲ ਨਹੀਂ ਕਰਦੇ ਆਪਣੇ ਬੱਚਿਆਂ ਨਾਲ। ਔਰ ਰਿਪੋਰਟ ਹੈ ਕਿ ਬੱਚਿਆਂ ਦੀਆਂ ਅੱਖਾਂ ਦੇ ਅੱਥਰੂ ਸੁੱਕ ਰਹੇ ਆ। ਜਿਹੜਾ ਬਾਕੀ ਗੱਲਾਂ ਨੇ ਹੋ ਜਾਣਗੇ ਆਪਰੇਟ, ਅੱਖਾਂ
ਅੱਖਾਂ ਦੇ ਅਥਰੂ ਨਹੀਂ ਪ੍ਰੇਟ ਹੋਣੇ, ਬੱਚਿਆਂ ਦੀਆਂ ਅੱਖਾਂ ਦੇ ਅਥਰੂ ਸੁੱਕ ਰਹੇ ਆ। ਸੋ ਮੈਂ ਵਕਤ ਜ਼ਿਆਦਾ ਹੋ ਗਿਆ, ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਬੰਦੇ ਦੇ ਨਾ, ਇਨਸਾਨ ਦੇ 3 ਗੱਲਾਂ ਤੋਂ ਜੱਜਮੈਂਟ ਕੀਤੀ ਜਾ ਸਕਦੀ ਹੈ। 3 ਗੱਲਾਂ ਇਨਸਾਨ ਦੇ ਗੁਣ ਹੁੰਦੇ ਨੇ। ਇੱਕ ਹੁੰਦੀ ਹੈ ਦਸਤਾਰ। ਦਸਤਾਰ ਦਾ ਮਤਲਬ ਪੱਗ ਨਹੀਂ ਹੈ, ਦਸਤਾਰ ਦਾ ਅਰਥ ਹੈ ਸਮਾਜ ਵਿੱਚ ਕਿੰਨਾ ਪ੍ਰਵਾਨ ਹੋਇਆ, ਸਮਾਜ ਨੇ ਕਿੰਨਾ ਪ੍ਰਵਾਨ ਕੀਤਾ। ਇਸ ਮਾਤਾ ਜੀ ਦੇ ਬਾਰੇ 'ਚ ਜ਼ਿਆਦਾ ਨਹੀਂ ਬੋਲਿਆ ਜਾ ਸਕਦਾ। ਪਿੰਡ ਦੀ ਸਭ ਤੋਂ ਸੁਖੀ ਤੇ ਮਾਣ ਵਾਲੀ ਜੇ ਮਾਂ ਹੋਊਗੀ ਤੇ ਮਾਤਾ ਰਣਜੀਤ ਕੌਰ। ਇਸ ਮਾਤਾ ਦੀ ਗਫਤਾਰ ਜਿਹੜੀ ਹੈ, ਗਫਤਾਰ ਹੁੰਦੀ ਹੈ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ, ਗੱਲਬਾਤ ਕਰਕੇ ਕਿਸੇ ਦੇ ਦਿਲ ਨੂੰ ਠੇਸ ਤਾਂ ਨਹੀਂ ਪਹੁੰਚੀ। ਮੈਂ ਆਪਣੇ ਜੀਵਨ ਜ਼ਰੂਰ ਦੇਖ ਰਿਹਾ, ਮੈਨੂੰ ਮਾਤਾ ਨੇ ਜਦ ਮਿਲਣਾ ਕਿਸੇ ਦੀ ਨਿੰਦਿਆ ਨਾ ਚੁਗਲੀ ਨਾ ਵਡਿਆਈ ਨਾ ਛੋਹ, ਇੱਕੋ ਹੀ ਗੱਲ ਕਹਿਣੀ, ਬੁੱਧ ਸੁਖਦੇਵ ਨੂੰ ਮਿਲ ਕੇ ਆਈ ਹੈ। ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ। ਫਿਰ ਇੱਕ ਹੁੰਦੀ ਹੈ ਰਫਤਾਰ। ਰਫਤਾਰ ਹੁੰਦੀ ਹੈ ਸਮੇਂ ਦੇ ਹਾਣੀ ਹੋ ਕੇ ਚੱਲਣਾ। ਮਾਤਾ ਜੀ ਸਮੇਂ ਦੇ ਹਾਣੀ ਹੋ ਕੇ ਚੱਲੇ। ਮਾਤਾ ਜੀ ਨੇ ਆਪਣਾ ਪਿਛੋਕੜ ਨਹੀਂ ਛੱਡਿਆ, ਆਪਣਾ ਪਹਿਰਾਵਾ ਨਹੀਂ ਛੱਡਿਆ, ਲੇਕਿਨ ਨਾਲ ਦੀ ਨਾਲ ਇੰਨੇ ਵੱਡੇ ਪਰਿਵਾਰ ਦੇ ਪੋਤੇ ਪੋਤਰੀਆਂ ਪੜਪੋਤਰੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਸੋ ਬਹੁਤਾ ਵਕਤ ਨਾ ਲੈਂਦੇ ਹੋਏ ਇੱਕੋ ਭਾਈ ਸੁਖਦੇਵ ਹੋਰੇ ਵੀ ਕਈ ਵਾਰ ਮੇਰੇ ਨਾਲ ਗੱਲ ਕਰਦੇ ਆ, ਇਸ ਨਗਰ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕ੍ਰੀਏਟ ਕਰੀਏ ਜੋ ਅਸੀਂ ਦਰਦ ਹੰਢਾਏ ਆ, ਸਾਡੇ ਬੱਚੇ ਉਹ ਦਰਦ ਨਾ ਹਟਾਉਣ। ਕਿਤੇ ਬੈਠ ਕੇ ਦੂਰ ਮੰਥਨ ਕਰਾਂਗੇ, ਜੇ ਕੋਈ ਸ਼ਬਦ ਵੱਧ ਘੱਟ ਹੋ ਗਿਆ ਹੋਵੇ ਤਾਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਦਾ, ਜਿਨ੍ਹਾਂ ਨੇ ਬੜੇ ਸੰਖੇਪ ਦੇ ਵਿੱਚ ਪਰਿਵਾਰ ਬਾਰੇ, ਮਾਤਾ ਜੀ ਬਾਰੇ ਸਾਡੇ ਨਾਲ ਸਾਂਝ ਪਾਈ। ਸੋ ਹੁਣ ਮੈਂ ਆਉਣ ਵਾਲੇ ਸਾਰੇ ਬੁਲਾਰਿਆਂ ਨੂੰ ਬੇਨਤੀ ਕਰੂੰਗਾ ਕਿ ਸੰਖੇਪ ਦੇ ਵਿੱਚ ਰਹਿ ਕੇ ਆਪਾਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨੇ ਹੈ। ਮੈਂ ਅਗਲਾ ਬੁਲਾਰਾ ਇਸ ਹਲਕੇ ਦੇ ਵਿਧਾਇਕ ਸਰਦਾਰ ਦਰਸ਼ਨ ਸਿੰਘ ਜੀ ਕੋਟਾ, ਉਹਨਾਂ ਦੇ ਸਪੁੱਤਰ ਸਰਦਾਰ ਕਮਲਜੀਤ ਸਿੰਘ ਜੀ, ਉਹ ਵੀ ਹਾਜ਼ਰ ਨੇ। ਉਹ ਵੀ 2 ਮਿੰਟ ਦੇ ਲਈ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਾਖ ਕਮਲਜੀਤ ਸਿੰਘ ਜੀ ਬਰਾੜ। ਕੰਧੀ ਉੱਤੇ ਰੁਖੜਾ ਕਿਚਰਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੇ ਕਿਚਰ ਤਾਈ ਵੀਰ, ਹੱਥ ਪੱਤ ਕੇ ਰੱਖਕ ਲੋਕ ਪਰਲੋਕ ਕੇ ਸਹਾਇਕ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀ ਦੇ ਸਰੂਪ, ਗੁਰੂਆਂ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਮਾਤਾ ਰਣਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਫਤਿਹ ਅਰਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਤੋਂ ਪਹਿਲਾਂ ਮੈਂ ਦੋਵੇਂ ਹੱਥ ਬੰਨ੍ਹ ਕੇ ਸਾਰੀ ਸੰਗਤ ਨੂੰ ਬੇਨਤੀ ਕਰਦਾ, ਕੋਈ ਵੀ ਕਿਤੇ ਵੀ ਫਤਿਹ ਬੁਲਾਉਂਦਾ ਹੁੰਦਾ ਜ਼ਰੂਰ ਜਵਾਬ ਦਿਆ ਕਰੋ। ਫਤਿਹ ਬੁਲਾਉਣ ਵਾਲੇ ਵੱਲ ਵੇਖਿਆ ਨਾ ਕਰੋ ਕਿਹਨੇ ਬੁਲਾਈ ਹੈ, ਫਤਿਹ ਬਣਾਉਣ ਵਾਲੇ ਵੱਲ ਵੇਖਿਆ ਕਰੋ ਕਿਹਨੇ ਬਣਾਈ ਹੈ। ਦੇਗਾਂ ਦੇ ਮਾਲਕ ਪੁੱਤਰਾਂ ਦੇ ਦਾਨੀ ਨੇ ਸਾਨੂੰ ਇਹ ਫਤਿਹ ਬਖਸ਼ੀ। ਬਾਬਾ ਧੰਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਸਮਝਾਉਂਦੇ ਆ, ਜਿਹੜੀ ਫਤਿਹ ਆ ਭਾਈ, ਇਹ ਸਿਮਰਨ ਹੁੰਦਾ, ਬਹਾਨੇ ਨਾਲ 2 ਵਾਰ ਵਾਹਿਗੁਰੂ ਕਿਹਾ ਜਾਂਦਾ। ਇਸ ਲਈ ਜਦੋਂ ਵੀ ਵਾਹਿਗੁਰੂ ਕਹਿਣ ਦਾ ਮੌਕਾ ਮਿਲਦਾ ਹੁੰਦਾ ਖੁੰਝਿਆ ਨਾ ਕਰੋ, ਲਾਹਾ ਲਿਆ ਕਰੋ, ਕੋਈ ਖਰਚਾ ਨਹੀਂ ਆਉਂਦਾ ਇਹਦੇ ਤੇ। ਡਾਕਟਰ ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਚੰਗੀਆਂ ਆਦਤਾਂ ਮਹਿੰਗੀਆਂ ਨਹੀਂ ਹੁੰਦੀਆਂ ਤੇ ਮਹਿੰਗੀਆਂ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਚੰਗੀ ਆਦਤ ਕਿਤੋਂ ਵੀ ਮਿਲੇ ਪਾ ਲੈਣੀ ਚਾਹੀਦੀ। ਸੋ ਮੈਂ ਦੁਬਾਰਾ ਫਿਰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਕਥਨ ਹੈ, ਸਭਨਾ ਮਰਣਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ ਆ ਕੇ ਮਿਲਣ ਕਿ ਨਾ। ਅਰਥਾਤ ਮਾਰੇ ਲਿਖਾਏ ਮੰਡਲ ਮਹਿ, ਜੋ ਵੀ ਇਨਸਾਨ ਇਸ ਦੁਨੀਆ ਤੇ ਆਉਂਦਾ ਹੈ, ਜਨਮ ਲੈਂਦਾ ਹੈ, ਉਹ ਆਪਣੀ ਮੌਤ ਦਾ ਸਮਾਂ ਤੇ ਸਥਾਨ ਨਿਸ਼ਚਿਤ ਕਰਵਾ ਕੇ ਆਉਂਦਾ ਹੈ। ਸੰਤ ਮਹਾਂਪੁਰਸ਼, ਪੀਰ ਫਕੀਰ, ਰਾਜੇ ਮਹਾਰਾਜੇ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਹੈ। ਪਰ ਜਿਹੜੇ ਇਨਸਾਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਸਿੱਖਿਆ ਦਿੱਤੀ ਹੁੰਦੀ ਹੈ,
ਆਪਣੇ ਚੰਗੇ ਵਿਚਾਰਾਂ ਨਾਲ ਆਪਣੇ ਬੱਚਿਆਂ ਨੂੰ ਅਹੁਦੇ ਰੁਤਬੇ ਚੰਗਾ ਮਾਣ ਸਤਿਕਾਰ ਦਿਵਾਇਆ ਹੁੰਦਾ ਹੈ ਸਮਾਜ ਦੇ ਵਿੱਚ, ਉਹਨਾਂ ਮਾਵਾਂ ਦੇ ਚਲੇ ਜਾਣ ਦਾ ਦੁੱਖ ਜਿੱਥੇ ਪਰਿਵਾਰ ਨੂੰ ਮਹਿਸੂਸ ਹੁੰਦਾ, ਸਾਡੇ ਸਮਾਜ ਨੂੰ ਵੀ ਇਸ ਚੰਗੇ ਇਨਸਾਨਾਂ ਦੀ ਕਮੀ ਰੜਕਦੀ ਹੈ। ਉਹਨਾਂ ਚੰਗਿਆਂ ਵਿੱਚੋਂ ਸਾਨੂੰ ਮਾਤਾ ਰਣਜੀਤ ਕੌਰ ਜੀ, ਜਿਨ੍ਹਾਂ ਦੇ ਜੀਵਨ ਬਾਰੇ ਪਹਿਲਾਂ ਪ੍ਰੋਫੈਸਰ ਸਾਹਿਬ ਨੇ, ਵਾਈਸ ਸਟੇਟ ਸਕੱਤਰ ਸਾਹਿਬ ਨੇ, ਭਾਈ ਪ੍ਰਗਟ ਸਿੰਘ ਹੋਰਾਂ ਨੇ ਜ਼ਿਕਰ ਕੀਤਾ, ਔਰ ਆਪਾਂ ਤਕਰੀਬਨ ਸਾਰੇ ਪਰਿਵਾਰ ਨਾਲ ਬਹੁਤ ਪਿਆਰ ਰੱਖਣ ਵਾਲੇ ਇਕੱਤਰ ਹੋਏ ਆ। ਆਪਾਂ ਨੂੰ ਪਰਿਵਾਰ ਦੇ ਪਿਛੋਕੜ ਬਾਰੇ ਤੇ ਮਾਤਾ ਜੀ ਦੇ ਜੀਵਨ ਬਾਰੇ ਪਤਾ, ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਹੈ, ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ, ਉਪਰੰਤ ਗੁਰੂ ਸਾਹਿਬ ਦੀ ਬਖਸ਼ਿਸ਼, ਗੁਰੂ ਸਾਹਿਬ ਦਾ ਹੁਕਮ ਸਰਵਣ ਕੀਤਾ, ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। 717 ਅੰਗ ਤੋਂ ਟੋਡੀ ਰਾਗ ਦੇ ਵਿੱਚੋਂ 5ਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ, ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਗੁਰਬਾਣੀ ਬਹੁਤ ਸੌਖੀ ਹੈ, ਪੜ੍ਹਿਆ ਕਰੋ, ਸੁਣਿਆ ਕਰੋ, ਵਿਚਾਰਿਆ ਕਰੋ, ਆਪਣੇ ਆਪ ਅਰਥ ਸਮਝਾ ਦਿੰਦੀ ਹੈ। ਅਸੀਂ ਕਹਿੰਦੇ ਹਾਂ ਕਿ ਸਾਨੂੰ ਸਮਝ ਨਹੀਂ ਆਈ, ਤਾਂ ਹੀ ਅਸੀਂ ਗੁਰਬਾਣੀ ਘੱਟ ਧਿਆਨ ਦਿੰਦੇ ਹਾਂ। ਉਸ ਤੋਂ ਵੱਡੀ ਅਹਿਮੀਅਤ ਹੈ ਗੁਰੂ ਦੇ ਹੁਕਮ ਦੀ। ਹੁਕਮਨਾਮਾ ਸਾਹਿਬ ਦੀ ਉਹ ਵੀ ਬੜੀ ਧਿਆਨ ਨਾਲ ਸੁਣਨ ਵਾਲੀ ਚੀਜ਼ ਹੁੰਦੀ ਹੈ, ਕਿਉਂਕਿ ਅਰਦਾਸ ਬੇਨਤੀਆਂ ਕਰਦੇ ਹਾਂ ਜਦੋਂ ਅਸੀਂ ਗੁਰੂ ਸਾਹਿਬ ਬਾਰੇ, ਤਾਂ ਅਰਦਾਸੀਆ ਸਿੰਘ ਕਹਿੰਦਾ ਹੈ ਕਿ ਗੁਰੂ ਸਾਹਿਬ ਬਖਸ਼ੋ ਹੁਕਮ ਤੇ ਨਾਲ ਬਖਸ਼ੋ ਤਾਕਤ, ਅਸੀਂ ਤੁਹਾਡੇ ਦਿੱਤੇ ਹੁਕਮ ਤੇ ਪਹਿਰਾ ਦੇ ਸਕੇ। ਗੁਰੂ ਸਾਹਿਬ ਦਾ ਹੁਕਮਨਾਮਾ ਸਾਹਿਬ ਮੈਂ 2 ਪੰਕਤੀਆਂ ਦੀ ਤੁਹਾਨੂੰ ਵਿਆਖਿਆ ਕਰੂੰਗਾ, ਬੋਲ ਕੇ ਦੱਸੂਗਾ, ਤੁਹਾਨੂੰ ਆਪਣੇ ਆਪ ਇਹਦੇ ਅਰਥ ਸਮਝ ਆ ਜਾਣੇ। ਪਹਿਲੀ ਪੰਕਤੀ 'ਚ ਕਹਿੰਦੇ ਆ, ਮਾਈ ਮੇਰੇ ਮਨ ਕੋ ਸੁਖ, ਕਿ ਹੇ ਮੇਰੀ ਮਾਂ, ਮੇਰੇ ਮਨ ਨੂੰ, ਮੈਨੂੰ ਹੁਣ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਕਿਵੇਂ ਹੋ ਗਈ ਆ? ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਕਿ ਮੈਂ ਕਰੋੜਾਂ ਤਖਤਾਂ ਦੇ ਮਾਲਕ, ਜਿਹੜੇ ਰਾਜੇ ਮਹਾਰਾਜੇ ਦੁਨਿਆਵੀ ਹੈ ਨਾ, ਚਾਹੇ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਹੈ, ਚਾਹੇ ਸੂਬੇ ਦਾ ਮੁੱਖ ਮੰਤਰੀ ਹੈ, ਜਿਹੜੇ ਦੁਨਿਆਵੀ ਰਾਜੇ ਮਹਾਰਾਜੇ ਆ, ਜੇ ਉਹਨਾਂ ਨੂੰ ਕਰੋੜਾਂ ਗੱਦੀਆਂ ਦੀ ਪ੍ਰਾਪਤੀ ਹੋਵੇ, ਬਾਦਸ਼ਾਹੀਆਂ ਮਿਲਣ, ਤੇ ਉਹਦੇ ਬਰਾਬਰ ਮੈਂ ਆਨੰਦ ਮਾਣ ਰਿਹਾ। ਕਿਵੇਂ ਮਾਣ ਰਿਹਾ, ਕਿਉਂ ਮਾਣ ਰਿਹਾ? ਉਹਦੇ ਬਰਾਬਰ ਆਨੰਦ। ਹਰ ਸਿਮਰਤ ਬਿਨਸੈ ਸਭ ਦੁੱਖ, ਪਰਮਾਤਮਾ ਦਾ, ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਆਰਾਧਨਾ ਕਰਨ ਨਾਲ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਈ। ਕਬੀਰ ਸਾਹਿਬ ਲਿਖਦੇ ਆ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਿ ਦੁਨੀਆ ਡਰਦੀ ਹੈ ਕਿ ਮੈਨੂੰ ਮੌਤ ਨਾ ਆ ਜਾਏ, ਪਰ ਮੈਂ ਚਾਹੁੰਦਾ ਮੈਨੂੰ ਮੌਤ ਆ ਜਾਏ, ਕਿਉਂਕਿ ਜਿਉਂਦੇ ਜੀ ਮੈਂ ਉਸ ਪਰਮਾਤਮਾ ਨੂੰ ਮਿਲ ਨਹੀਂ ਸਕਦਾ, ਮਰਨ ਤੋਂ ਬਾਅਦ ਮੇਰੀ ਆਤਮਾ ਉਸ ਪਰਮਾਤਮਾ ਦਾ ਹਿੱਸਾ ਬਣ ਜਾਊਗੀ, ਅਭੇਦ ਹੋ ਜਾਊਗੀ। ਔਰ ਜਿਹੜੇ ਲੋਕ ਜਿਉਂਦੇ ਜੀ ਅਭੇਦ ਸੀਗੇ, ਕਬੀਰ ਸਾਹਿਬ ਵਰਗੇ, ਉਹ ਆਪਣੀ ਮੌਤ ਦੇ ਉੱਤੇ ਅਫਸੋਸ ਨਹੀਂ ਪ੍ਰਗਟ ਕਰਦੇ। ਤੇ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ ਸੀ ਮਾਤਾ ਜੀ ਦੇ ਜੀਵਨ ਦਾ, ਕਿ ਉਹਨਾਂ ਨੇ ਬਾਬਾ ਮਹਾਹਰਨਾਮ ਸਿੰਘ ਜੀ ਦੇ ਦਰਸ਼ਨ ਕੀਤੇ, ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕੀਤੇ, ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕੀਤੀ, ਉਹਨਾਂ ਦੇ ਦਰਸ਼ਨ ਕੀਤੇ। ਔਰ ਇਹ ਆਪਣੇ ਆਪ ਦੇ ਵਿੱਚ ਐਸੀਆਂ ਰੂਹਾਂ ਦੇ ਦਰਸ਼ਨ ਕਰਨ ਵਾਲੀ ਰੂਹ ਆਪ ਇੱਕ ਦਰਸ਼ਨੀ ਨੂੰ ਬਣ ਜਾਂਦੀ ਹੈ। ਜੇ ਪਰਿਵਾਰ ਵੱਡੇ ਭਾਗਾਂ ਵਾਲਾ, ਜਿਸ ਪਰਿਵਾਰ ਨੇ ਰੋਜ਼ ਉਸ ਮਾਂ ਦੀ ਸੇਵਾ ਕੀਤੀ ਹੈ, ਬੇਸ਼ੱਕ ਵੱਡੀ ਉਮਰ ਦੇ ਵਿੱਚ ਮਾਪੇ ਬੇਸ਼ੱਕ ਕਿਸੇ ਦੇ ਵੀ ਨਹੀਂ ਨਿਭੇ ਕਿਸੇ ਨਾਲ, ਅੱਜ ਤੱਕ ਇਤਿਹਾਸ ਆ ਮਾਪੇ ਨਿਭਦੇ ਨਹੀਂ ਹੁੰਦੇ ਨਾਲ, ਪਰ ਫਿਰ ਵੀ ਇੱਕ ਮਾਂ ਦਾ ਚਲੇ ਜਾਣਾ। ਸਰਦਾਰ ਸੁਖਦੇਵ ਸਿੰਘ, ਸਰਦਾਰ ਨਿਸ਼ਾਨ ਸਿੰਘ ਜੀ, ਸਰਦਾਰ ਬਹਾਦਰ ਸਿੰਘ ਜੀ, ਤਿੰਨਾਂ ਪੁੱਤਰਾਂ ਦੀ ਸਦਮਾ ਹੈ, ਕਿਉਂਕਿ ਬੈਠੀ ਬਿਠਾਈ ਮਾਂ ਇੱਕ ਆਸ਼ੀਰਵਾਦ ਹੁੰਦਾ, ਇੱਕ ਖਜ਼ਾਨੇ ਆ ਸਾਡੇ ਬਜ਼ੁਰਗ। ਤੇ ਉਹਨਾਂ ਦੇ ਪੋਤਰੇ, ਸਾਡਾ ਛੋਟਾ ਵੀਰ ਜਿਹੜਾ ਕਾਂਗਰਸ ਪਾਰਟੀ ਦਾ ਝੰਡਾ ਬਰਦਾਰ ਹੈ, ਔਖੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਝੰਡਾ ਜਿਹਨੇ ਮੋਢਿਆਂ ਤੇ ਚੁੱਕਿਆ ਹੈ, ਸਰਦਾਰ ਵਿਕਰਮਜੀਤ ਸਿੰਘ। ਔਰ ਛੋਟਾ ਭਰਾ ਸਾਡਾ ਅਮਰਤਪਾਲ, ਜਿਹੜਾ ਆਮ ਆਦਮੀ ਪਾਰਟੀ ਦਾ ਬੁਲਾਰਾ ਹੈ ਕਾਂਗਰਸ ਸਟੇਟ ਲੈਵਲ ਦਾ। ਔਰ ਸਾਰਾ ਹੀ ਪਰਿਵਾਰ, ਹਰਦੇਵ ਸਿੰਘ ਜੀ, ਗੁਰਸੇਵਕ ਸਿੰਘ ਵੀਰ, ਕਿਉਂਕਿ ਪੋਤਰੇ ਤੇ ਦਾਦੀ ਦਾ ਇੱਕ ਵੱਖਰਾ ਰਿਸ਼ਤਾ ਹੈ। ਇਤਿਹਾਸ ਦੇ ਵਿੱਚ ਇਹਨੂੰ ਵੱਖਰੀ ਥਾਂ ਦਿੱਤੀ ਗਈ ਕਿ ਇੱਕ ਦਾਦੀ ਨੇ 7 ਤੇ 9 ਸਾਲ ਦੀਆਂ ਉਹਨਾਂ ਰੂਹਾਂ, ਅਣਖੀਆਂ ਰੂਹਾਂ ਨੂੰ ਐਸਾ ਥਾਪੜਾ ਦਿੱਤਾ ਕਿ ਉਹ ਜ਼ਾਲਮ ਹਕੂਮਤ ਨਾਲ ਲੜਦੇ ਸ਼ਹੀਦ ਹੋ ਗਏ। ਇਹ ਦਾਦੀ ਦੀ ਕੁਰਬਾਨੀ ਸੀ, ਇਹ ਦਾਦੀ ਦਾ ਆਸ਼ੀਰਵਾਦ ਸੀ। ਇਸੇ ਤਰ੍ਹਾਂ ਇੱਕ ਬਹੁਤ ਵੱਡਾ ਆਸ਼ੀਰਵਾਦ ਇਸ ਪਰਿਵਾਰ ਤੋਂ ਖੁੱਸ ਗਿਆ। ਜਿਹੜੇ ਮੰਜੇ ਤੇ ਉਹ ਸੌਂਦੀ ਸੀ ਦਾਦੀ, ਹੁਣ ਤੇ ਜਾਣ ਤੋਂ ਬਾਅਦ ਉਹ ਜਗ੍ਹਾ, ਉਹ ਮੰਜਾ ਖਾਲੀ ਰੱਖੂਗਾ, ਬੈਠਿਆਂ ਤੋਂ ਨਹੀਂ ਐਵੇਂ ਸਮਝ ਆਉਂਦੀ ਹੁੰਦੀ ਬਜ਼ੁਰਗਾਂ ਦੀ।
ਜਦੋਂ ਚਲੇ ਜਾਂਦੇ ਆ ਸਾਡੇ ਪਰਿਵਾਰ ਦੇ ਵਿੱਚ, ਜਦੋਂ ਉਹ ਜਗ੍ਹਾ ਦੀ ਜਿਹੜੀ ਪੂਰਤੀ ਹੁੰਦੀ ਉਹਨਾਂ ਦੇ ਚਲੇ ਜਾਣ ਤੋਂ ਬਾਅਦ, ਮੰਗਦੇ ਕੁਛ ਨਹੀਂ ਬਜ਼ੁਰਗ, ਸਿਰਫ ਇੱਕੋ ਗੱਲ ਮੰਗਦੇ ਆ ਕਿ ਜਦੋਂ ਆਪਣੇ ਘਰੇ ਆਈਏ ਉਹਨਾਂ ਕੋਲ 10 ਮਿੰਟ 20 ਮਿੰਟ ਅੱਧਾ ਘੰਟਾ ਬੈਠੀਏ, ਉਹਨਾਂ ਨਾਲ ਗੱਲਾਂ ਕਰੀਏ। ਇਹ ਖਜ਼ਾਨੇ ਲੱਭਦੇ ਨਹੀਂ, ਇਹ ਖਜ਼ਾਨੇ ਦੁਨੀਆ ਦੇ ਕਿਸੇ ਬਾਜ਼ਾਰ 'ਚੋਂ ਕਰੋੜਾਂ ਦੀ ਕੀਮਤ ਦੇ ਕੇ ਵੀ ਨਹੀਂ ਮਿਲਦੇ। ਜਿਹੜੇ ਬਜ਼ੁਰਗ ਅਸਰ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਬੇਸ਼ੱਕ ਅਸੀਂ ਗੁਰੂ ਘਰ ਨਹੀਂ ਜਾ ਸਕਦੇ, ਪਰ ਉਦੋਂ ਵੱਡਾ ਤੀਰਥ ਸਥਾਨ ਵੀ ਕੋਈ ਨਹੀਂ ਹੈਗੀ ਮਾਂ ਨਾਲ। ਤੇ ਮਾਂ ਦਾ ਸ਼ਬਦ ਇੱਕ ਐਸਾ ਸ਼ਬਦ ਆ ਜਿਹਦੇ ਤੇ ਆਪਾਂ ਚਾਹੇ ਸਾਰਾ ਦਿਨ ਚਰਚਾ ਕਰੀ ਜਾਈਏ, ਸ਼ਬਦ ਭਾਵੇਂ ਇੱਕ ਅੱਖਰ ਦਾ ਹੈ, ਪਰ ਸਮੇਂ ਦੀ ਘਾਟ ਪੈ ਜੂਗੀ। ਮਾਂ ਦੀ ਵਿਆਖਿਆ ਜਿਹੜੀ ਵਿਸਥਾਰ ਦੇ ਵਿੱਚ ਸਾਡੇ ਤੋਂ ਹੋਣੀ ਨਹੀਂ। ਤੇ ਇਹਨਾਂ ਭਰਾਵਾਂ ਦਾ, ਇਹਨਾਂ ਪੋਤਰਿਆਂ ਦਾ, ਚਾਹੇ ਰਾਜਨੀਤਿਕ ਤੌਰ ਤੇ ਵੱਖਰੇ ਵੱਖਰੇ ਰਸਤੇ ਆ, ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਦਾ ਭਰਾਵਾਂ ਵਾਲਾ ਪਿਆਰ ਹਮੇਸ਼ਾ ਆਪਸ 'ਚ ਬਣਾ ਕੇ ਰੱਖੇ। ਦੋਨੇ ਭਰਾ ਜਿਹੜੇ ਰਾਜਨੀਤਿਕ ਮੰਚ ਤੇ ਪੁੱਤੇ ਹੋਏ ਆ, ਸੱਚੇ ਪਾਤਸ਼ਾਹ ਉਸ ਬੇਸ਼ੱਕ ਦਾਦੀ ਦੇ ਆਸ਼ੀਰਵਾਦ ਤੋਂ ਵਾਂਝੇ ਹੋ ਗਏ ਆ, ਪਰ ਵਾਹਿਗੁਰੂ ਇਹਨਾਂ ਦੋਨਾਂ ਨੂੰ ਇਹਨਾਂ ਦੇ ਮੁਕਾਮ ਦੀ ਪ੍ਰਾਪਤੀ ਨੂੰ ਬੁਲੰਦੀਆਂ ਛੋੜ, ਕਿਉਂਕਿ ਪਹਿਲਾਂ ਹੀ ਪਿੰਡ ਨੇ ਇਸ ਪਰਿਵਾਰ ਨੂੰ, ਸਰਪੰਚ ਦੀ ਜੇ ਗੱਲ ਹੋਈ ਆ ਤਾਂ ਬਹੁਤ ਵੱਡੀ ਸੇਵਾ ਪਰਿਵਾਰ ਨੂੰ, ਵੱਡਾ ਨਗਰ ਆ, ਇਹਨੇ ਬਖਸ਼ੀ ਹੈ। ਹੁਣ ਬੇਸ਼ੱਕ ਇੱਥੇ 3 ਪੰਚਾਇਤਾਂ ਹੈ, ਉਹਨਾਂ ਸਮਿਆਂ 'ਚ ਇਸ ਪਰਿਵਾਰ ਨੂੰ ਸੇਵਾ ਮਿਲੀ ਹੈ ਜਦੋਂ ਤਿੰਨਾਂ ਦੇ ਵਿੱਚੋਂ ਇੱਕੋ ਹੀ ਪੰਚਾਇਤ ਹੁੰਦੀ ਸੀ। ਪਿੰਡ ਦੀ ਸੇਵਾ ਨਿਰੰਤਰ ਇਹ ਪਰਿਵਾਰ ਕਰਦਾ ਆ ਰਿਹਾ, ਚਾਹੇ ਵੱਖੋ ਵੱਖਰੇ ਰਾਜਨੀਤਿਕ ਮੰਚ। ਤੇ ਜਿੱਥੇ ਮੈਂ ਆਪਣੇ ਵੱਲੋਂ, ਕਿਉਂਕਿ ਸਮਾਂ ਸੀਮਤ ਆ, ਗੁਰਬਾਣੀ ਦੇ ਵਿੱਚ ਐਸਾ ਕੁਛ ਲਿਖਿਆ ਹੋਇਆ ਜਿਹਨੂੰ ਆਪਾਂ ਸਾਰਾ ਦਿਨ ਜੀਵਨ ਦੇ ਮੌਲ ਦੇ ਸੰਬੰਧ ਵਿੱਚ ਬੋਲੀ ਜਾਈਏ, ਪੜ੍ਹੀ ਜਾਈਏ, ਤੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਕੋਲੇ ਗੁਰਬਾਣੀ ਨੂੰ ਕੋਈ ਸਮਾਂ ਘੱਟ ਮਿਲਦਾ। ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ। ਆਪਣੇ ਵੱਲੋਂ ਤੇ ਆਪਣੇ ਸਤਿਕਾਰਯੋਗ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਐਮਐਲਏ ਬਾਘਾ ਪੁਰਾਣਾ, ਉਹਨਾਂ ਦੀ ਤਰਫੋਂ ਵੀ ਮਾਤਾ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ, ਔਰ ਪਰਿਵਾਰ ਤੋਂ ਦੋਵੇਂ ਹੱਥ ਬੰਨ੍ਹ ਕੇ ਇਸ ਗੱਲ ਦੀ ਮੁਆਫੀ ਮੰਗਦਾ ਕਿ ਉਹ ਆਪ ਹਾਜ਼ਰ ਨਹੀਂ ਹੋ ਸਕੇ, ਚੰਡੀਗੜ੍ਹ ਗਏ ਹੋਣ ਕਰਕੇ ਮੀਟਿੰਗ ਸੀ ਅੱਜ ਐਮਐਲਏ ਸਾਹਿਬਾਨਾਂ ਦੀ, ਇਸ ਕਰਕੇ ਉਹ ਪਰਿਵਾਰ ਦੇ ਦੁੱਖ ਵਿੱਚ ਅੱਜ ਸ਼ਾਮਲ ਨਹੀਂ ਹੋ ਸਕੇ। ਘਰੇ ਆ ਕੇ ਪਰਿਵਾਰ ਦਾ ਦੁੱਖ ਸਾਂਝਾ ਕਰਕੇ ਗਏ ਸੀ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਅੰਤ ਵਿੱਚ ਇਹੋ ਕਹਿ ਸਕਦੇ ਹਾਂ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਉਹ ਚੁੱਕਦੀ ਦਿਓ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਬਰਾੜ ਸਾਹਿਬ ਦਾ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਵਿੱਚ ਗੁਰਬਾਣੀ ਦੇ ਪ੍ਰਵਾਨ ਦੇ ਕੇ ਔਰ ਪਰਿਵਾਰ ਦੇ ਨਾਲ ਆਪਣੀ ਸਾਂਝ ਜ਼ਾਹਰ ਕੀਤੀ ਹੈ। ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ, ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਦੇਣ ਦੇ ਲਈ ਪ੍ਰੋਫੈਸਰ ਸਾਧੂ ਸਿੰਘ ਜੀ, ਸਾਬਕਾ ਐਮਪੀ ਫਰੀਦਕੋਟ, ਵਿਧਾਇਕ ਸਰਦਾਰ ਮਨਜੀਤ ਸਿੰਘ ਜੀ ਨਿਹਾਲ ਸਿੰਘ ਵਾਲਾ, ਸਾਧ ਜਗਤਾਰ ਸਿੰਘ ਜੀ ਰਾਜੇਆਣਾ, ਕਾਕਾ ਬਰਾੜ ਜੀ ਮੁਕਤਸਰ, ਉਹ ਵੀ ਹਾਜ਼ਰ ਨੇ। ਔਰ ਮੈਂ ਅਗਲੇ ਬੁਲਾਰੇ ਨੂੰ ਬੇਨਤੀ ਕਰੂੰਗਾ, ਕੋਟਕਪੂਰਾ ਤੋਂ ਆਮ ਆਦਮੀ ਦੇ ਵਿਧਾਇਕ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ, ਪ੍ਰਧਾਨ ਕਿਸਾਨ ਵਿੰਗ ਪੰਜਾਬ, ਉਹ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਸਰਦਾਰ ਕੁਲਤਾਰ ਸਿੰਘ ਜੀ ਸੰਧਵਾ। ਇਸ ਬਹੁਤ ਹੀ ਸ਼ੋਕਮਈ ਸਮੇਂ ਤੇ ਸਾਡੇ ਅੰਤਾਂ ਦੇ ਸਤਿਕਾਰ ਮਾਤਾ ਜੀ, ਮਾਤਾ ਰਣਜੀਤ ਕੌਰ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਇਕੱਤਰ ਹੋਏ ਪਰਿਵਾਰਕ ਮੈਂਬਰ ਸਾਹਿਬਾਨ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ, ਪੰਚਾਇਤਾਂ ਦੇ ਨੁਮਾਇੰਦੇ, ਆਪ ਸਭ ਦੇ ਚਰਨਾਂ 'ਚ ਗੁਰੂ ਦੀ ਬਖਸ਼ੀ ਹੋਈ ਫਤਿਹ ਗਜਾਉਣ ਲੱਗਿਆ। ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦੇ ਜੀਵਨ ਦੇ ਸਫ਼ਰ ਦੇ ਬਾਰੇ, ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ, ਉਸ ਦੇ ਬਾਰੇ ਗੁਰੂ ਸਾਹਿਬ ਆਪਾਂ ਨੂੰ ਰੋਜ਼ ਸਮਝਾਉਂਦੇ। ਗੁਰੂ ਸਾਹਿਬ ਫਰਮਾਉਂਦੇ, ਜੋ ਆਇਆ ਸੋ ਚਲਸੀ ਸਭ ਕੋ ਆਈ ਬਾਰੇ। ਪਰ ਅੱਜ ਮੈਨੂੰ ਇੱਥੇ ਆ ਕੇ ਜਦੋਂ ਅੰਮ੍ਰਿਤਪਾਲ ਹੋਰਾਂ ਨੇ ਦੱਸਿਆ ਕਿ ਮਾਤਾ ਜੀ ਹੋਰਾਂ ਦੀ ਉਮਰ ਲਗਭਗ 105 ਸਾਲ 104 ਸਾਲ ਦੀ ਸੀ, ਤਾਂ ਮੈਂ ਗੁਰੂ ਦਾ ਬੜਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਇਸ ਪਰਿਵਾਰ ਤੇ, ਕਿਉਂਕਿ ਉਹ ਪਰਿਵਾਰ ਜਿੱਥੇ ਬਜ਼ੁਰਗ ਲੰਮੀ ਉਮਰ ਭੋਗਣ ਦਾ ਮਤਲਬ ਉੱਥੇ ਗੁਰੂ ਦੀ ਕਿਰਪਾ ਹੈ, ਉੱਥੇ ਬਜ਼ੁਰਗਾਂ ਦੀ ਸੇਵਾ ਹੁੰਦੀ ਹੈ, ਉੱਥੇ ਪਿਆਰ ਵਸਦਾ ਹੈ,
ਉੱਥੇ ਹੀ ਤਰੱਕੀਆਂ, ਉੱਥੇ ਖੁਸ਼ੀਆਂ ਗੁਰੂ ਨਾਨਕ ਕਰਦਾ। ਸੋ ਬੜੇ ਸੱਚੇ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹੈ। ਔਰ ਜਦੋਂ ਪਾਠ ਹੋ ਜੇ ਗੁਰਬਾਣੀ ਦਾ, ਕਥਾ ਕੀਰਤਨ ਹੋ ਜੇ, ਅਰਦਾਸ ਹੋ ਜੇ, ਉਸ ਤੋਂ ਬਾਅਦ ਕਹਿਣ ਵਾਲੀ ਗੱਲ ਕੋਈ ਰਹਿ ਨਹੀਂ। ਲੇਕਿਨ ਜਿਹੜੇ ਹੱਥਾਂ ਨੇ ਸਾਨੂੰ ਤੁਰਨਾ ਸਿਖਾਇਆ ਹੋਵੇ, ਜਿਹੜੀ ਮਾਂ ਨੇ ਦੁਨੀਆ ਦਿਖਾਈ ਹੋਵੇ ਗੁਰੂ ਦੀਆਂ, ਉਹਦੇ ਬਾਬਤ ਚਾਰ ਗੱਲਾਂ ਗੁਰੂ ਦੇ ਚਰਨਾਂ 'ਚ ਕਹਿ ਲਈ ਤੇ ਗੁਰੂ ਸਾਹਿਬ ਫਰਮਾਉਂਦੇ ਆ, ਬਾਬਾਣੀਆਂ, ਕਹਾਣੀਆਂ, ਪੁੱਤ ਸੁਪੁੱਤ ਗ੍ਰੰਥ ਗੁਰੂ ਦਾ ਪੜ੍ਹ। ਸੋ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ। ਔਰ ਪਹਿਲਾਂ ਬਰਾੜ ਸਾਹਿਬ ਵੀ ਬੜਾ ਵਧੀਆ ਤਰੀਕੇ ਨਾਲ ਸਾਨੂੰ ਦੱਸ ਕੇ ਗਏ ਆ ਕਿ ਬਿਰਥੀ ਨਾ ਜਾਏ ਜਨ ਕੀ ਅਰਦਾਸ। ਮਾਤਾ ਜੀ ਤਾਂ ਪਹੁੰਚ ਗਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਅੱਗੇ ਮੇਰੀ ਇੱਕੋ ਹੀ ਬੇਨਤੀ ਹੈ ਜਿਹੜੀ ਮੈਂ ਕਰਨੀ ਚਾਹੁੰਦਾ, ਜਿਹੜੀ ਮੈਂ ਹਰ ਜਗ੍ਹਾ ਕਰਦਾ, ਇਹਨੂੰ ਸ਼ਰਧਾਂਜਲੀ ਮੰਨ ਲਿਓ, ਮੇਰੇ ਵੱਲੋਂ ਗੁਰੂ ਦੇ ਚਰਨਾਂ 'ਚ ਅਰਦਾਸ ਮੰਨ ਲਿਓ ਕਿ ਆਪਾਂ ਦੁਨੀਆ ਦੇ ਵਿੱਚ ਕੁਝ ਵੀ ਕਰੀਏ, ਕੋਈ ਚੰਗਾ ਕਰੀਏ, ਮਾੜਾ ਕਰੀਏ, ਜਦੋਂ ਗੁਰੂ ਦੇ ਚਰਨਾਂ 'ਚ ਸਿਰਫ ਇੱਕੋ ਗੁਰੂ ਹੈ ਜਿਹੜਾ ਸਾਨੂੰ ਬਖਸ਼ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਾ ਕੁਝ ਬਖਸ਼ ਦਿੰਦੇ ਆ। ਤੇ ਅੱਗੋਂ ਗੁਰੂ ਕੀ ਕਹਿੰਦਾ? ਗੁਰੂ ਸਾਹਿਬ ਮਾਤਾ ਦੇ ਬਾਰੇ ਬੜਾ ਵੱਡਾ ਹੁਕਮ ਦਿੰਦੇ ਆ। ਗੁਰੂ ਸਾਹਿਬ ਕਹਿੰਦੇ ਆ, ਸ਼ੁੱਧ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਦੇਤੇ, ਰਾਮ ਮਈਆ ਵਪਾਰਕ ਤੇਰਾ ਕਾਹੇ ਨਾ ਖੰਡਸ ਅਵਗੜ ਤੇਰਾ। ਸੋ ਗੁਰੂ ਸਾਹਿਬ ਨੇ ਆਪ ਦੇ ਵੱਡਾ, ਆਪ ਦੇ ਜਿੱਡਾ ਦਰਜਾ ਦਿੱਤਾ ਮਾਤਾ ਨੂੰ। ਤੇ ਨਾਲ ਪਿਤਾ ਬਾਰੇ ਵੀ ਕਹਿੰਦੇ ਸਿਰਫ ਦੋ ਰਿਸ਼ਤੇ ਆ, ਹੋਰ ਕਿਸੇ ਰਿਸ਼ਤੇ ਦੀ ਏਡੀ ਵੱਡੀ ਮਾਣ ਨਹੀਂ ਦਿੱਤਾ। ਪਿਤਾ ਬਾਰੇ ਕਹਿੰਦੇ ਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਵੀ ਕਿਤੇ ਆਪਾਂ ਘਰੇ ਮਾਂ-ਬਾਪ ਦੇ ਦਰਸ਼ਨ ਕਰੀਏ ਨਾ, ਭਾਵੇਂ ਕਿਸੇ ਗੱਲੋਂ ਖਿਜੇ ਵੀ ਹੋਈਏ, ਤਾਂ ਇਹ ਦੇਖ ਲਿਓ ਵੀ ਅੱਗੇ ਅਕਾਲ ਪੁਰਖ ਬੈਠਾ ਹੈ, ਅੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਆ। ਤੇ ਜਦੋਂ ਆਪਾਂ ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖੁਸ਼ੀ ਲੈਣੀ ਹੈ, ਕਿਉਂਕਿ ਇਹੀ ਹੈ ਜਿਹੜੇ ਆਪਾਂ ਨੂੰ ਪਾਤਸ਼ਾਹੀਆਂ ਬਖਸ਼ ਸਕਦੇ, ਸਾਰਾ ਕੁਝ ਬਖਸ਼ਦੇ ਗੁਰੂ ਸਾਹਿਬ, ਖੁਸ਼ੀਆਂ, ਤਰੱਕੀਆਂ, ਤੰਦਰੁਸਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਦੇ ਆ। ਤੇ ਜਦੋਂ ਆਪਾਂ ਮਾਂ ਨੂੰ ਖੁਸ਼ ਕਰ ਲਿਆ, ਪਿਤਾ ਨੂੰ ਖੁਸ਼ ਕਰ ਲਿਆ, ਤੇ ਸਮਝ ਲਓ ਗੁਰੂ ਖੁਸ਼ ਹੋ ਗਿਆ, ਗੁਰੂ ਨਾਨਕ ਪਾਤਸ਼ਾਹ ਖੁਸ਼ ਹੋ ਗਏ। ਸੋ ਇਹੀ ਮੇਰੀ ਸ਼ਰਧਾਂਜਲੀ ਹੈ ਜਿੰਨੇ ਵੀ ਇੱਥੇ ਮੇਰੇ ਸੱਜਣ ਸਾਥੀ ਪਿਆਰੇ ਬੈਠੇ ਆ, ਕਿ ਮਾਤਾ ਨੂੰ ਤਾਂ ਆਪਾਂ ਸੱਚੇ ਪਾਤਸ਼ਾਹ ਦਾ ਆਪਾਂ ਅਰਦਾਸ ਕਰ ਲਈ ਕਿ ਮਾਤਾ ਤਾਂ ਪਹੁੰਚ ਗਏ ਗੁਰੂ ਸਾਹਿਬ ਦੇ ਚਰਨਾਂ 'ਚ, ਤੇ ਆਪਣੇ ਵੀ ਜੀਵਨ ਤੇ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਆਪਦੇ ਮਾਂ-ਬਾਪ ਨੂੰ ਇੱਥੇ ਪੂਰੀ ਵਧੀਆ ਤਰੀਕੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ, ਤਾਂ ਕਿ ਗੁਰੂ ਸਾਹਿਬ ਦੇ ਪਿਆਰ ਦੇ, ਗੁਰੂ ਸਾਹਿਬ ਦੀ ਕਿਰਪਾ ਦੇ ਆਪਾਂ ਭਾਗੀ ਬਣ ਸਕੀਏ। ਪਰ ਇਸ ਪਰਿਵਾਰ ਦਾ ਤਾਂ ਮੈਨੂੰ ਹੁਣ ਪਤਾ ਲੱਗਿਆ, ਅਮਰਪਾਲ ਦਾ ਪਿਆਰ ਬੜਾ ਸੀ, ਸੁਖਦੇਵ ਸਿੰਘ ਹੋਰਾਂ ਬਾਰੇ ਵੀ ਮਿਲਦੇ ਰਹੇ ਆ। ਤੇ ਸਾਡੀ ਬੇਟੀ ਵੀ ਸਾਡੀ ਮੈਨੂੰ ਤਾਂ ਭੂਆ ਲੱਗਦੀ ਹੈ, ਉਹ ਵੀ ਇਸ ਘਰੇ ਵਿਆਹੀ ਹੋਈ ਸਾਡੀ ਕੁੜੀ। ਸੋ ਪਰਿਵਾਰ ਨਾਲ ਦੁੱਖ ਦਾ ਜਿਹੜਾ ਦੁੱਖ ਵੰਡਾਉਣ ਆਏ ਆ, ਸੱਚੇ ਪਾਤਸ਼ਾਹ ਮਿਹਰ ਕਰੇ ਸਾਰਿਆਂ ਤੇ, ਆਪਣੇ ਸਾਰਿਆਂ ਤੇ ਆਪਣੇ ਚਰਨ, ਮਾਤਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਔਰ ਆਪਾਂ ਨੂੰ ਗੁਰਬਾਣੀ ਦਾ ਗਿਆਨ, ਗੁਰਬਾਣੀ ਦੀ ਅਗਵਾਈ ਬਖਸ਼ਣ। ਇਹਨਾਂ ਕਹਿੰਦਾ ਪਿਆ ਮੈਂ ਦੱਸ ਚੁੱਕਾ। ਔਰ ਮੇਰੇ ਨਾਲ ਪ੍ਰੋਫੈਸਰ ਸਾਧੂ ਸਿੰਘ ਜੀ, MLA ਸਾਹਿਬ ਮਨਜੀਤ ਸਿੰਘ ਜੀ ਬਿਲਾਸਪੁਰ, ਮੈਂ ਉਹਨਾਂ ਨੂੰ ਕਿਹਾ ਤੁਸੀਂ ਵੀ ਹਾਜ਼ਰੀ ਲਓ, ਲੇਕਿਨ ਉਹਨਾਂ ਨੇ ਮੇਰੀ ਡਿਊਟੀ ਲਈ, ਉਹਨਾਂ ਦੀ ਵੀ ਹਾਜ਼ਰੀ ਤੁਹਾਡੇ ਸਾਰੇ ਗੁਰੂ ਸੰਗਤ ਦੇ ਚਰਨਾਂ 'ਚ ਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਸਮਾਗਮ ਦੇ ਵਿੱਚ ਹਾਜ਼ਰ ਨੇ ਸਰਪੰਚ ਹਰਭਜਨ ਸਿੰਘ ਜੀ ਭੋਨਾ ਸਾਹਿਬ, ਭੋਲਾ ਸਿੰਘ ਸਮਾਧ ਭਾਈ, ਵਿਕਰ ਸਿੰਘ ਜੀ ਸਮਾਧ ਭਾਈ ਪੰਪ ਵਾਲੇ, ਪ੍ਰਿੰਸੀਪਲ ਜਸਮੀਤ ਸਿੰਘ ਜੀ ਬਰਾੜ ਭਾਈ ਬਹਿਲੋ ਪਬਲਿਕ ਸਕੂਲ, ਨਵਦੀਪ ਸਿੰਘ ਜੀ ਸਿੰਘਾ ਆਪਾਕੋ ਮੈਤਪੁਰੀ ਮੋਗਾ ਜੀ, ਸੁਖਜਿੰਦਰ ਸਿੰਘ ਜੀ ਕੌਣੀ ਗਿੱਦੜਵਾਲਾ, ਜਗਦੇਵ ਸਿੰਘ ਜੀ ਬਾਮ ਜ਼ਿਲ੍ਹਾ ਪ੍ਰਧਾਨ ਮੁਕਤਸਰ, ਸੰਜੀਵ ਸਿੰਘ ਜੀ ਨਿਹਾਲ ਸਿੰਘ ਵਾਲਾ, ਜਗਸੀਰ ਸਿੰਘ ਨਿੱਜੀ ਸਹਾਇਕ ਸੰਧਵਾ ਜੀ, ਸੁਖਜਿੰਦਰ ਸਿੰਘ ਕੋਸਾ ਟ੍ਰੈਫਿਕ ਇੰਚਾਰਜ ਭਗਤਾ, ਬਲਜਿੰਦਰ ਸਿੰਘ ਜੀ ਕੋਠਾ ਗੁਰੂ, ਜਸਕਰਨ ਸਿੰਘ ਮਲੂਕਾ ਜੀ, ਗਗਨਦੀਪ ਭਗਤਾ ਜੀ, ਜੱਦਾ ਹਰਦੀਪ ਸਿੰਘ ਜੀ ਡੋੜ, ਬਲਵੰਤ ਸਿੰਘ ਜੀ ਸਿਵੀਆਂ, ਜਗਤਾਰ ਸਿੰਘ ਜੀ ਰਾਮੋਵਾਲਾ, ਹਰਦਿਆਲ ਸਿੰਘ ਜੀ ਐਕਟ ਸਰਪੰਚ ਹਮੀਰਗੜ੍ਹ, ਸੁਖਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਆਮ ਆਦਮੀ ਪਾਰਟੀ, ਗੁਰਪ੍ਰੀਤ ਸਿੰਘ ਜੀ ਥਰਾਜ, ਧਰਮਜੀਤ ਸਿੰਘ ਜੀ ਰਾਮਿਆਣਾ, ਮਾਸਟਰ ਮਨਜੀਤ ਸਿੰਘ ਜੀ, ਮਾਸਟਰ ਕਪਤਾਨ ਸਿੰਘ ਜੀ, ਪੱਤਰਕਾਰ ਕਰਨਦੀਪ ਬੀਹਾ ਜੀ, ਭਾਈ ਜਸਵਿੰਦਰ ਸਿੰਘ ਜੀ ਸਾਹੋਕੇ, ਪਰਮਿੰਦਰ ਸਿੰਘ ਜੀ ਸਰਪੰਚ ਸੁਖਾਨੰਦ, ਹਰਪ੍ਰੀਤ ਸਿੰਘ ਜੀ ਰਿੰਟੂ ਬਾਘਾ ਪੁਰਾਣਾ, ਡਾਕਟਰ ਲਖਵੀਰ ਸਿੰਘ ਜੀ ਸਮਾਧ ਭਾਈ, ਪਵਨਦੀਪ ਜੀ ਸਮਾਧ ਭਾਈ। ਸੋ ਹੁਣ ਮੈਂ ਬੇਨਤੀ ਕਰੂੰਗਾ ਵਿਧਾਇਕ ਗੁਰਮੀਤ ਸਿੰਘ ਜੀ ਫੇਰ ਬਰਨਾਲਾ, ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ, ਉਹ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਮੀਤ ਖੇਰ ਜੀ। ਜੁਗੋ ਜੁਗ ਅਟਲ ਪਰਮ ਸਤਿਕਾਰਯੋਗ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ
ਮਾਤਾ ਰਣਜੀਤ ਕੌਰ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਈ ਸਾਧ ਸੰਗਤ ਜੀ, ਗੱਜ ਕੇ ਬੁਲਾ ਫਤਿਹ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁੱਖ ਦੀ ਘੜੀ ਹੈ ਸਿੱਧੂ ਪਰਿਵਾਰ ਦੇ ਲਈ, ਤੇ ਤੁਸੀਂ ਸਾਰੀਆਂ ਜਿਹੜੀਆਂ ਸੰਗਤਾਂ ਨੇ ਬੜੀ ਵੱਡੀ ਗਿਣਤੀ 'ਚ ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋ। ਸੋ ਜਿਹੜੇ ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਆਏ ਹੋ, ਇੱਥੇ ਵੀ ਪਹੁੰਚੇ ਹੋ, ਘਰੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਹੋ। ਰਾਜਨੀਤਿਕ ਲੋਕ ਬੈਠੇ ਆ, ਸਮਾਜਿਕ ਲੋਕ, ਧਾਰਮਿਕ ਲੋਕ, ਪ੍ਰਸ਼ਾਸਨਿਕ ਲੋਕ। ਇਹ ਮਾਤਾ ਜੀ ਨੇ ਕਿਸ ਤਰ੍ਹਾਂ ਦੀ ਆਪਣੇ ਬੱਚਿਆਂ ਨੂੰ ਤਾਲੀਮ ਦਿੱਤੀ, ਉਹਨਾਂ ਦਾ ਸਮਾਜ ਦੇ ਵਿੱਚ ਆਚਰਨ ਕਿਸ ਤਰ੍ਹਾਂ ਦਾ, ਉਹਨਾਂ ਦਾ ਵਤੀਰਾ ਵਰਤਾਰਾ ਕਿਸ ਤਰ੍ਹਾਂ ਦਾ, ਇਹ ਤੁਹਾਡੇ ਏਡੀ ਵੱਡੀ ਗਿਣਤੀ ਜਿਹੜੇ ਤੁਸੀਂ ਆਏ ਹੋ ਇਸ ਗੱਲ ਨੂੰ ਦਰਸਾਉਂਦਾ ਹੈਗਾ। ਮੇਰੀ ਇਸ ਪਰਿਵਾਰ ਨਾਲ ਜਿਹੜੀ ਨੇੜਤਾ ਹੈ, ਜਿਹੜੇ ਮਾਤਾ ਜੀ ਦਾ ਪੁੱਤਰ ਅਮਰਤਪਾਲ ਸਿੰਘ ਸਿੱਧੂ, ਅਸੀਂ ਤਕਰੀਬਨ 10 ਸਾਲ ਚੰਡੀਗੜ੍ਹ ਇੱਕ ਫਲੈਟ 'ਚ ਰਹੇ ਹਾਂ, ਇੱਕ ਕਾਲਜ 'ਚ ਪੜ੍ਹੇ ਹਾਂ। ਸੋ ਮੈਂ ਅਮਰ ਦੇ ਕਰੈਕਟਰ ਤੋਂ, ਉਸਦਾ ਜਿਹੜਾ ਸਮਾਜ 'ਚ ਲੋਕਾਂ ਨਾਲ ਜਿਹੜਾ ਵਿਚਰਨ ਦਾ ਵਰਤਾਰਾ ਹੈਗਾ, ਤੇ ਤਿੰਨੋਂ ਜਿਹੜੇ ਮਾਤਾ ਜੀ ਦੇ ਸੁਪੁੱਤਰ ਨੇ, ਚਾਹੇ 5 ਸਾਲ ਪਿੰਡ ਦੀ ਨੁਮਾਇੰਦਗੀ ਕੀਤੀ ਨਿਸ਼ਾਨ ਸਿੰਘ ਜੀ ਨੇ, ਸੁਖਦੇਵ ਸਿੰਘ ਜੀ ਸਿੱਧੂ, ਜਿਹੜੇ 1982 ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤਾਂ ਜਦੋਂ ਸਾਡੇ ਪਿੰਡਾਂ 'ਚ ਆਮ ਲੋਕਾਂ ਨੂੰ ਹੌਲਦਾਰ ਤੇ IPS 'ਚ ਫਰਕ ਨਹੀਂ ਪਤਾ, ਉਹਨਾਂ ਟਾਈਮਾਂ 'ਚ ਇੱਕ ਪਿੰਡ 'ਚੋਂ ਕਿਸਾਨ ਦੇ ਪੁੱਤਰ ਨੇ ਉੱਠ ਕੇ ਜਿਹੜੀ ਹਿੰਦੁਸਤਾਨ ਦੀ ਸਭ ਤੋਂ ਔਖੀ ਪ੍ਰੀਖਿਆ ਉਹ ਪਾਸ ਕੀਤੀ। ਤੇ ਤੀਜੇ ਸੁਪੁੱਤਰ ਬਹਾਦਰ ਸਿੰਘ ਜੀ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਆਰਮੀ ਦੇ ਵਿੱਚ। ਇਹ ਸਾਰਿਆਂ ਦੇ ਕਰੈਕਟਰ ਤੋਂ ਪਿੰਡ 'ਚੋਂ ਉੱਠ ਕੇ ਏਡੇ ਏਡੇ ਵੱਡੇ ਮਕਾਮ ਹਾਸਲ ਕਰਨੇ, ਇਸ ਗੱਲ ਨੂੰ ਦਰਸਾਉਂਦਾ ਕਿ ਮਾਤਾ ਜੀ ਦੀ ਕਿਸ ਤਰ੍ਹਾਂ ਦੀ ਜਿਹੜੀ ਤਾਲੀਮ ਆਪਣੇ ਬੱਚਿਆਂ ਨੂੰ, ਕਿਸ ਤਰ੍ਹਾਂ ਦਾ ਸ਼ਖਸੀਅਤ ਉਹਨਾਂ ਆਪਣੇ ਬੱਚਿਆਂ ਦੇ ਵਿੱਚ ਜਿਹੜੀ ਆ ਉਹ ਪੈਦਾ ਕੀਤੀ। ਅੰਮ੍ਰਿਤ ਦਾ ਮੈਂ ਦੇਖਿਆ, ਭਾਵੇਂ ਅਸੀਂ ਜਦੋਂ ਕਾਲਜ ਵੀ ਪੜ੍ਹਦੇ ਸੀ, ਉਮਰ 'ਚ ਛੋਟੇ ਸੀ, ਪਰ ਉਦੋਂ ਵੀ ਨਾ ਕਈ ਵਾਰ, ਕਿਉਂਕਿ ਕਾਲਜ ਪੜ੍ਹਦੇ ਤੋਂ 18-19 ਸਾਲ ਦੇ ਹੁੰਦੇ ਆ, ਕਿਸ ਦੇ ਦੁੱਖ ਸੁੱਖ ਹੋਵੇ, ਆਮ ਮੁੰਡੇ ਕਹਿੰਦੇ ਵੀ ਚੱਲ ਛੱਡ, ਆਪਾਂ ਨਹੀਂ ਵੀ ਜਾਵਾਂਗੇ, ਘਰ ਦੇ ਜਾਣਗੇ, ਕੀ ਫਰਕ ਪੈਂਦਾ। ਉਦੋਂ ਵੀ ਇਹ ਚੰਡੀਗੜ੍ਹੋਂ ਵੀ ਕਹਿੰਦਾ ਵੀ ਨਹੀਂ ਯਾਰ, ਸਾਡੇ ਉੱਥੇ ਹੋਇਆ ਏਦਾਂ, ਮੈਂ ਜਾ ਕੇ ਆਵਾਂ। ਸੋ ਬੜਾ ਕਿਰਪਾ ਇਸ ਪਰਮਾਤਮਾ ਦੀ ਇਸ ਪਰਿਵਾਰ ਤੇ, ਬੜਾ ਚੰਗਾ ਆਚਰਣ ਹੈ ਇਹਨਾਂ ਦਾ ਇਲਾਕੇ ਦੇ ਵਿੱਚ। ਸੋ ਮੈਂ ਜਿੱਥੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਉੱਥੇ ਜਿੰਨੀ ਤੁਸੀਂ ਸਮੁੱਚੀ ਸਾਧ ਸੰਗਤ ਜੀ ਆਏ ਆ, ਮੇਰੇ ਨਾਲ ਪਹਿਲਾਂ ਗੁਰਦਾਰ ਸਿੰਘ ਸਿੰਧਵਾ ਜੀ ਮੇਰੇ ਵੱਡੇ ਭਰਾ, ਜਿਹੜੇ ਕੋਟਕਪੂਰਾ ਤੋਂ MLA ਆ, ਉਹ ਵੀ ਬੋਲੇ ਨੇ ਕਿ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਜੇ ਆਪਾਂ ਆਪਣੇ ਘਰਾਂ 'ਚ ਮਾਂ ਪਿਓ ਨੂੰ ਜਿਹੜਾ ਬਣਦਾ ਸਤਿਕਾਰ ਹੈ, ਜੇ ਉਹਨਾਂ ਦੀ ਜਿਹੜੀ ਇੱਜ਼ਤ ਉਹ ਕਰੀਏ। ਇਹ ਸਾਡੇ ਆਮ ਵਰਤਾਰਾ, ਸਰਵਣ ਬੁੱਧ ਵੀ ਬੜੇ ਨੇ, ਪਰ ਕਈ ਇੱਦਾਂ ਦੇ ਵੀ ਬੜੇ ਨੇ, ਰੋਜ਼ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ। ਪਿਓ ਮੰਜੇ ਤੇ ਬਿਮਾਰ ਪਿਆ ਹੁੰਦਾ, ਪੁੱਤ ਉਹਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ, ਕਹਿੰਦਾ ਮੇਰੀ ਤਾਂ ਸ਼ਬੀਲ ਤੇ ਡਿਊਟੀ ਹੈ, ਉੱਥੇ ਜਾ ਕੇ ਸੇਵਾ ਕਰਨੀ ਹੈ। ਸੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅੰਤਿਮ ਅਰਦਾਸ 'ਚ ਜਦੋਂ ਆਪਾਂ ਸ਼ਾਮਲ ਹੁੰਦੇ ਹਾਂ, ਉਹਦਾ ਮਤਲਬ ਇਹੀ ਹੁੰਦਾ ਕਿ ਮੌਤ ਨੂੰ ਯਾਦ ਰੱਖੀਏ। ਜੇ ਮੌਤ ਯਾਦ ਰਹੂਗੀ ਤਾਂ ਇੱਕ ਚੰਗੇ ਇਨਸਾਨ ਬਣ ਕੇ ਅਸੀਂ ਸਮਾਜ ਦੇ ਵਿੱਚ ਵਿਚਰਾਂਗੇ, ਕਿਉਂਕਿ ਅਸੀਂ ਮੱਥਾ ਟੇਕਦੇ ਇੱਥੋਂ ਬਾਹਰ ਨਿਕਲ ਜਾਂਦੇ ਹਾਂ। ਇਸ ਤੋਂ ਬਾਅਦ ਜਿਹੜੀਆਂ ਭਾਈ ਸਾਹਿਬ ਨੇ ਗੱਲਾਂ ਕਹੀਆਂ, ਕੀਰਤੀ ਸਿੰਘਾਂ ਨੇ ਗੱਲਾਂ ਕਹੀਆਂ, ਕਿਸੇ ਦੇ ਯਾਦ ਨਹੀਂ ਰਹਿੰਦੀਆਂ। ਉਹੀ ਜਾ ਕੇ ਜਿਹੜਾ ਸਮਾਜ 'ਚ ਜਿਹੜੇ ਰੰਗ 'ਚ ਰੰਗਿਆ ਹੋਇਆ, ਕਰੀਤੀਆਂ 'ਚ ਰੰਗਿਆ ਹੋਇਆ, ਉਸੇ ਰੰਗ 'ਚ ਜਾ ਕੇ ਜਿਹੜਾ ਅਸੀਂ ਰੰਗ ਜਾਂਦੇ ਹਾਂ। ਪਰ ਜੇ ਅਸੀਂ ਗੁਰੂ ਸਾਹਿਬ ਦੀ ਬਾਣੀ ਤੇ 1% ਵੀ ਚੱਲ ਪਈਏ, ਸਾਡਾ ਸਮਾਜ ਹੀ ਜਿਹੜਾ ਉਹ ਸਵਰਗ ਬਣ ਜਾਏ। ਭਾਈਆਂ ਦੇ ਜਿਹੜੇ ਪਾੜੇ ਪਏ ਉਹ ਬੰਦ ਹੋ ਜਾਣ। ਸੋ ਮੇਰੀ ਸਮੁੱਚੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਕਰੀਏ ਤੇ ਗੁਰੂ ਸਾਹਿਬ ਦੀ ਬਾਣੀ ਤੇ ਚੱਲਦੇ ਹੋਏ
ਸਮਾਜ ਦੀਆਂ ਜਿਹੜੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਇਹਨਾਂ ਹੀ ਸ਼ਬਦਾਂ ਨਾਲ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ, ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਧੰਨਵਾਦ ਕਰਨਾ ਚਾਹਾਂਗਾ ਭਾਈ ਬਲਕਰਨ ਸਿੰਘ ਜੀ ਮੌੜਾ ਵਾਲੇ, ਗੁਰੂ ਕੇ ਹਜ਼ੂਰੀ ਰਾਗੀ ਜਥਾ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ, ਭਾਈ ਕੌਰ ਸਿੰਘ ਜੀ ਹਮੀਰਗੜ੍ਹ ਔਰ ਭਾਈ ਗੁਰਮੀਤ ਸਿੰਘ ਜੀ ਦੱਲੋਵਾਲਾ, ਔਰ ਇਸੇ ਤਰ੍ਹਾਂ ਸਰਦਾਰ ਰਾਜਿੰਦਰਪਾਲ ਸਿੰਘ ਜੀ ਫਰਾਦ ਸਾਹਿਬ, ਬਲਵੰਤ ਸਿੰਘ ਜੀ ਢਿੱਲੋਂ ਜੀਰਾ, ਗੁਰਮੀਤ ਸਿੰਘ ਜੀ MC ਜੀਰਾ, ਬਖਸ਼ੀਸ਼ ਸਿੰਘ ਜੀ ਮਗਲਾਨੀ, ਜਸਵੀਰ ਸਿੰਘ ਜੀ ਬਾਬਾ ਕਾਲੇ ਕੇ ਚੇਅਰਮੈਨ, ਗੁਰਚਰਨ ਸਿੰਘ ਜੀ ਜੀਤਾ ਚੇਅਰਮੈਨ ਬਲਾਕ ਸੰਮਤੀ ਬਾਘਾ ਪੁਰਾਣਾ, ਸਰਪੰਚ ਹਰਮਨਜੀਤ ਸਿੰਘ ਜੀ ਦਦਾਰੇਵਾਲਾ, ਜ਼ਿਲ੍ਹਾ ਪ੍ਰਧਾਨ ਮੋਗਾ ਰਵੀ ਮੌੜ ਜੀ, ਪ੍ਰਧਾਨ ਕਿਸਾਨ ਯੂਨੀਅਨ ਮੌੜ ਜਗਸੀਰ ਸਿੰਘ ਜੀ ਚੇਅਰਮੈਨ ਕਾਲੇ ਕੇ, ਔਰ ਕੁਝ ਕੁ ਸ਼ੌਕ ਮੁੱਦੇ ਜਿਹੜੇ ਪਰਿਵਾਰ ਦੇ ਕੋਲ ਪਹੁੰਚੇ ਨੇ। ਜਥੇਦਾਰ ਬਲਵੰਤ ਸਿੰਘ ਜੀ ਆਨੰਦਗੜ੍ਹ, ਸਾਬਕਾ ਜਥੇਦਾਰ ਤਖਸ਼ੀ ਦਮਦਮਾ ਸਾਹਿਬ, ਉਹਨਾਂ ਦਾ ਵੀ ਸ਼ੋਕ ਸੰਦੇਸ਼ ਪਰਿਵਾਰ ਕੋਲੇ ਆਇਆ ਹੈ। ਸਮੇਂ ਦੀ ਘਾਟ ਕਰਕੇ ਅਸੀਂ ਪੜ੍ਹ ਨਹੀਂ ਸਕਾਂਗੇ। ਬਾਰ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਫਾਊਂਡੇਸ਼ਨ ਔਰ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰ ਨੇ ਸਰਦਾਰ ਸੁਖਦੇਵ ਸਿੰਘ ਜੀ ਬਾਈ ਜੀ ਉਹਨਾਂ ਦੇ ਸਹਿਯੋਗੀ, ਸਰਦਾਰ ਅਮਰਜੀਤ ਸਿੰਘ ਜੀ ਸਰਾਂ IAS HS ਬੈਂਸ IGBSF, ਸਾਹਿਬ ਦਲਜੀਤ ਸਿੰਘ ਜੀ ਸਿੱਧੂ ਚੰਡੀਗੜ੍ਹ ਔਰ ਜੈਲਦਾਰ ਪਰਿਵਾਰ ਸਾਰਾ ਬਠਿੰਡੇ ਵਾਲਾ, ਜਿੱਥੇ ਬਾਈ ਜੀ ਸਾਧ ਸੁਖਦੇਵ ਸਿੰਘ ਜੀ ਵਿਆਹੇ ਹੋਏ ਨੇ। ਔਰ ਹੁਣ ਮੈਂ ਬੇਨਤੀ ਕਰੂੰਗਾ, ਭਾਵੇਂ ਟਾਈਮ ਬਹੁਤ ਹੋ ਗਿਆ, ਸਿਰਫ ਸੰਖੇਪ ਦੇ ਵਿੱਚ 2 ਮਿੰਟ ਦੇ ਲਈ ਮਾਤਾ ਜੀ ਦੇ ਪੋਤਰਿਆਂ ਵੱਲੋਂ ਸਾਹਿਬ ਬਿਕਰਮਜੀਤ ਸਿੰਘ ਜੀ, ਜਿਨ੍ਹਾਂ ਦਾ ਸ਼ੈਲਰ ਦਾ ਕਾਰੋਬਾਰ ਹੈ, ਗੁਰਸੇਵਕ ਸਿੰਘ ਜੀ, ਹਰਦੇਵ ਸਿੰਘ ਜੀ ਸਿੱਧੂ ਅਮਰੀਕਾ ਵਾਲੇ, ਤੇ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਬਾਘਾ ਪੁਰਾਣਾ ਹਲਕੇ ਦੇ ਇੰਚਾਰਜ ਵੀ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਸੂਬਾਈ ਬੁਲਾਰੇ ਨੇ। ਉਹ ਆ ਕੇ 2 ਮਿੰਟ ਦੇ ਲਈ ਆਈ ਹੋਈ ਸਾਰੀ ਸੰਗਤ ਦਾ, ਆਗੂ ਸਹਿਬਾਨ ਦਾ ਪਰਿਵਾਰ ਵੱਲੋਂ ਆ ਕੇ ਧੰਨਵਾਦ ਕਰ। ਸਰਦਾਰ ਅੰਮ੍ਰਿਤਪਾਲ ਸਿੰਘ ਜੀ। ਮੇਰੇ ਇਲਾਕੇ ਦੇ ਨਿਵਾਸੀ, ਵੱਖ-ਵੱਖ ਪੰਚਾਇਤਾਂ ਤੋਂ ਆਏ ਹੋਏ ਰਾਜਨੀਤਿਕ ਲੀਡਰ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਜਾਣਦਾ ਸਮਾਂ ਕਾਫੀ ਹੋ ਗਿਆ, ਤੁਸੀਂ ਕਾਫੀ ਸਮੇਂ ਤੋਂ ਪੰਡਾਲ ਦੇ ਵਿੱਚ ਸਜੇ ਹੋਏ ਹੋ, ਬੈਠੇ ਹੋਏ ਹੋ। ਮੈਂ ਪਰਿਵਾਰ ਦੇ ਵੱਲੋਂ ਧੰਨਵਾਦ ਵੀ ਕਰਨਾ, ਪਰ ਧੰਨਵਾਦ ਦੇ ਨਾਲ ਨਾਲ ਪਿਛਲੇ 7 ਦਿਨ ਤੋਂ ਇਲਾਕਾ ਨਿਵਾਸੀ ਲੋਕ ਬਹੁਤ ਸਾਡੇ ਪਰਿਵਾਰ ਨਾਲ ਸਨੇਹ ਰੱਖਣ ਵਾਲੇ, ਪਿਆਰ ਕਰਨ ਵਾਲੇ ਸਾਡੇ ਘਰੇ ਵੀ ਪਹੁੰਚੇ ਤੇ ਉਹਨਾਂ ਇੱਕ ਗੱਲ ਪੁੱਛਦੇ ਸੀ ਸਾਡੇ ਤੋਂ। ਮੇਰਾ ਫਰਜ਼ ਬਣਦਾ ਮੈਂ ਜ਼ਿਕਰ ਕਰਾਂ, ਕਿਉਂਕਿ ਸਾਰਿਆਂ ਦੇ ਨਾਲ ਸਮਾਂ ਨਹੀਂ ਮਿਲਦਾ, ਰੂਬਰੂ ਨਹੀਂ ਹੋ ਸਕੇ। ਉਹ ਇੱਕ ਗੱਲ ਪੁੱਛਦੇ ਸੀ, ਕਹਿੰਦੇ ਮਾਤਾ ਜੀ ਦੀ ਉਮਰ 105 ਸਾਲ, ਆਮ ਤੌਰ ਤੇ ਕਹਿੰਦੇ ਇੰਨੀ ਉਮਰ ਹੁੰਦੀ ਨਹੀਂ, ਵੀ ਇਹਦਾ ਕਾਰਨ ਕੀ ਆ? ਵੀ ਕੀ ਉਹਨਾਂ ਦੀ ਸਿਹਤ ਜ਼ਿਆਦਾ ਵਧੀਆ ਸੀ ਜਾਂ ਉਹਨਾਂ ਦੇ ਇਹੋ ਜਿਹੇ ਕੀ ਕਰਮ ਸੀ, ਵੀ ਕੀ ਸੀ ਉਹਨਾਂ 'ਚ ਜਿਹਦੇ ਕਰਕੇ ਉਹ ਇੰਨੀ ਲੰਬੀ ਉਮਰ ਭੋਗੀ। ਤੇ ਲਾਸਟ ਦੇ ਵਿੱਚ ਜਦੋਂ ਉਹਨਾਂ ਨੇ ਸਰੀਰ ਛੱਡਿਆ ਤਾਂ ਇੱਕ ਦਿਨ ਪਹਿਲਾਂ ਸਾਡੇ ਪੂਰੇ ਪਰਿਵਾਰ ਨੂੰ ਬੁਲਾ ਕੇ, ਜਦੋਂ ਅਸੀਂ ਸਾਰੇ ਕੋਲੇ ਬੈਠੇ, ਉਹਨਾਂ ਨੇ ਪਾਠ ਕੀਤਾ, ਆਪ ਪਾਠ ਕੀਤਾ ਤੇ ਜਾਂਦੇ ਹੋਏ ਸਾਨੂੰ ਬੁਲਾ ਕੇ ਕਹਿੰਦੇ ਮੇਰੇ ਕੋਲ ਅੱਜ ਦਾ ਦਿਨ ਆ, ਮੈਂ ਕੱਲ ਨੂੰ ਚਲੇ ਜਾਣਾ ਇਸ ਦੁਨੀਆ ਤੋਂ। ਬਹੁਤ ਵੱਡੀ ਗੱਲ ਆ। ਸਾਡੇ ਤੋਂ ਲੋਕ ਪੁੱਛਦੇ ਸੀ ਵੀ ਇਹ ਮਾਤਾ ਜੀ ਦੀ ਸ਼ਖਸੀਅਤ ਦੇ ਵਿੱਚ ਇਹੋ ਜਿਹਾ ਕੀ ਸੀ। ਗੱਲ ਪਰਿਵਾਰ ਬਾਰੇ ਆ, ਪਰ ਫਿਰ ਵੀ ਮੇਰਾ ਫਰਜ਼ ਬਣਦਾ ਵੀ ਮੈਂ ਦੱਸਾਂ। ਜਦੋਂ ਵੀ ਬੇਬੇ ਜੀ ਬੈਠ ਕੇ ਘਰ ਬੈਠੇ ਹੁੰਦੇ ਸੀ, ਤਾਇਆ ਜੀ, ਵੱਡੇ ਤਾਇਆ ਜੀ ਮੇਰੇ, ਜਦੋਂ ਵੀ ਘਰ ਆਉਣਾ ਉਹਨਾਂ ਨੇ ਬੇਬੇ ਦੇ ਕਮਰੇ 'ਚ ਜ਼ਰੂਰ ਜਾਣਾ। ਜਾਣ ਤੋਂ ਪਹਿਲਾਂ ਬੇਬੇ ਜੀ ਦੇ ਕਮਰੇ ਜ਼ਰੂਰ ਜਾਣਾ, ਆਉਣ ਤੋਂ ਪਹਿਲਾਂ ਬੇਬੇ ਜੀ ਦੇ ਕਮਰੇ ਜ਼ਰੂਰ ਪਹੁੰਚਣਾ। ਇਸੇ ਤਰ੍ਹਾਂ ਮੇਰੇ ਪਿਤਾ ਜੀ ਸਰਦਾਰ ਨਿਸ਼ਾਨ ਸਿੰਘ, ਉਹ ਜਦੋਂ ਵੀ ਘਰੇ ਫ੍ਰੀ ਹੁੰਦੇ ਸੀ, ਘਰੇ ਬੈਠੇ ਹੋਣਾ, ਉਹਨਾਂ ਨੇ ਕਹਿਣਾ ਮੈਂ ਫ੍ਰੀ ਹਾਂ, ਚਲੋ ਮੈਂ ਬੇਬੇ ਜੀ ਕੋਲ ਜਾਇਆ ਹਾਂ। ਇਸੇ ਤਰ੍ਹਾਂ ਚਾਚਾ ਜੀ ਮੇਰੇ ਸਰਦਾਰ ਸੁਖਦੇਵ ਸਿੰਘ ਜੀ ਬਿਜੀ ਨੇ, ਉਹਨਾਂ ਦਾ ਸ਼ਡਿਊਲ ਬਹੁਤ ਬਿਜੀ ਆ, ਆਪਣੇ ਕੰਮਾਂ 'ਚ ਬਿਜੀ ਰਹਿੰਦੇ ਨੇ, ਪਰ ਫਿਰ ਵੀ ਉਹ ਜਦੋਂ ਵੀ ਬੇਬੇ ਜੀ ਨੇ ਫੋਨ ਕਰਨਾ ਸਾਨੂੰ ਕਹਿ ਦਿੰਦੇ ਸੀ, ਜਾਂ ਮੇਰਾ ਵੱਡਾ ਭਰਾ ਬਿਕਰਮਜੀਤ ਗੁਰਸੇਵਕ, ਉਹਨਾਂ ਨੂੰ ਕਹਿ ਦਿੰਦੇ ਸੀ ਬੇਬੇ ਜੀ
ਹਮੇਸ਼ਾ ਹੀ ਕਿ ਆਪਣੇ ਚਾਚਾ ਜੀ ਨੂੰ ਫੋਨ ਕਰੋ, ਉਹਨਾਂ ਨੂੰ ਬੁਲਾਓ। ਤੇ ਮੈਨੂੰ ਨਹੀਂ ਲੱਗਦਾ ਮੇਰੀ ਬੇਬੇ ਜੀ ਦਾ ਕੋਈ ਇਹੋ ਜਿਹਾ ਫੋਨ ਹੋਊਗਾ ਜਿਹਦੇ ਤੇ ਚਾਚਾ ਜੀ, ਮੇਰੀ ਚਾਚੀ ਜੀ ਉਹ ਇੱਥੇ ਨਾ ਪਹੁੰਚੇ ਹੋਣਗੇ। ਉਸੇ ਤਰ੍ਹਾਂ ਸਾਡੇ ਪਰਿਵਾਰ ਦੇ ਛੋਟੇ ਬੱਚੇ ਪ੍ਰਭ ਨੂਰ, ਸਹਿਜ ਨੂਰ, ਗੁਰਨੂਰ, ਉਹ ਜਦੋਂ ਵੀ ਸਕੂਲ ਜਾਣਾ ਬੇਬੇ ਜੀ ਨੂੰ ਮਿਲ ਕੇ ਜਾਣਾ, ਜਦੋਂ ਵੀ ਸਕੂਲੋਂ ਵਾਪਸ ਆਉਣਾ ਬੇਬੇ ਜੀ ਨੂੰ ਮਿਲ ਕੇ ਆਉਣਾ। ਅਸੀਂ ਵੀ ਤਿੰਨੇ ਭਰਾ ਗੁਰਸੇਵਕ ਸਿੰਘ, ਵਿਕਰਮਜੀਤ, ਮੈਂ ਜਦੋਂ ਵੀ ਅਸੀਂ ਕਿਤੇ ਫ੍ਰੀ ਹੁੰਦੇ, ਮੈਂ ਆਮ ਤੌਰ ਤੇ ਬਿਜੀ ਰਹਿਣਾ, ਜ਼ਿਆਦਾਤਰ ਵਿੱਕੀ ਵੀ, ਵੱਡੇ ਵੀਰੇ ਵੀ ਬਿਜੀ ਰਹਿੰਦੇ ਨੇ, ਪਰ ਜਦੋਂ ਵੀ ਸਾਨੂੰ ਸਮਾਂ ਮਿਲਦਾ ਅਸੀਂ ਤਿਆਰ ਹੋਏ ਹੁੰਦੇ ਪਿੰਡਾਂ ਚੋਂ ਦੇ 5-6 ਵਜੇ, ਤਾਂ ਅਸੀਂ ਇੱਕ ਵਾਰ ਜ਼ਰੂਰ ਜਾਣਾ ਬੇਬੇ ਜੀ ਕੋਲ, ਕਿ ਬੇਬੇ ਜੀ ਕੋਲ ਜਾਂਦੇ, ਜ਼ਰੂਰ ਜਾਂਦੇ ਹਾਂ। ਮਤਲਬ ਇਹ ਉਹਨਾਂ ਦੀ ਲੰਬੀ ਉਮਰ ਦਾ ਨਤੀਜਾ ਸੀ, ਰਿਜ਼ਲਟ ਸੀ। ਉਸ ਤੋਂ ਬਾਅਦ ਮੇਰੇ ਪਰਿਵਾਰ ਦੇ ਵਿੱਚ ਸਾਡੀਆਂ ਭੈਣਾਂ ਨੇ, ਭਰਜਾਈਆਂ ਨਹੀਂ ਕਹਿੰਦਾ, ਭੈਣਾਂ ਕਹਿੰਦਾ ਹੁੰਦਾ, ਰੁਪਿੰਦਰ ਕੌਰ ਤੇ ਵੀਰਪਾਲ ਕੌਰ, ਉਹਨਾਂ ਨੇ ਜੋ ਪਿਛਲੇ ਦਿਨ ਬੇਬੇ ਜੀ ਦੀ ਸੇਵਾ ਕੀਤੀ, ਉਹਨਾਂ ਸਾਰੀਆਂ ਚੀਜ਼ਾਂ ਤੋਂ ਮਿਲਾ ਕੇ ਕੁੱਲ ਮਿਲਾ ਕੇ ਗੱਲ ਇਹ ਆ ਵੀ ਜੇ ਤੁਹਾਡੇ ਪਰਿਵਾਰ ਦਾ ਕੋਈ ਇਨਸਾਨ ਜਦੋਂ ਬਿਰਧ ਹੋ ਜਾਂਦਾ, ਜਦੋਂ ਬਜ਼ੁਰਗ ਹੋ ਜਾਂਦਾ, ਜਦੋਂ ਉਹ ਆਪਣੇ ਕੰਮਾਂ ਦੇ ਵਿੱਚ ਹੱਥ ਵਟਾਉਣ ਜੋਗਾ ਨਹੀਂ ਰਹਿੰਦਾ, ਉਮਰ ਦੇ ਨਾਲ ਸਾਰੇ ਘਣਾ ਹੋਣਾ, ਮੇਰੇ ਨਾਲ ਵੀ ਹੋਣਾ, ਤੁਹਾਡੇ ਨਾਲ ਵੀ ਹੋਣਾ, ਤਾਂ ਉਦੋਂ ਜੇਕਰ ਆਪਾਂ ਉਹਨੂੰ ਇੱਕ ਕੀਮਤੀ ਚੀਜ਼ ਦੀ ਤਰ੍ਹਾਂ ਪਾਸੇ ਰੱਖ ਦਿਆਂਗੇ ਤਾਂ ਜਿਹੜੀ ਉਹਦੀ ਉਮਰ ਆ ਬੜੀ ਜਲਦੀ ਘਟਣੀ ਸ਼ੁਰੂ ਹੋ ਜਾਂਦੀ ਆ, ਉਹਦੀ ਦਿਮਾਗ ਦੀ ਬੜੀ ਜਲਦੀ ਘਟਣੀ ਸ਼ੁਰੂ ਹੋ ਜਾਂਦੀ ਆ। ਪਰ ਜੇਕਰ ਆਪਾਂ ਉਸ ਇਨਸਾਨ ਨੂੰ ਉਹਦੀਆਂ ਪੁਰਾਣੀਆਂ ਗੱਲਾਂ ਯਾਦ ਕਰਕੇ ਜਾਂ ਉਹਦੇ ਲਏ ਹੋਏ ਫੈਸਲੇ, ਜਿਹਦੇ ਨਾਲ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਦਲੀ, ਜਿਹਦੇ ਨਾਲ ਤੁਹਾਡੇ ਪਰਿਵਾਰ ਦਾ ਸਮਾਜ ਦੇ ਵਿੱਚ ਰੁਤਬਾ ਬਦਲਿਆ, ਜੇਕਰ ਤੁਸੀਂ ਉਹਨਾਂ ਫੈਸਲਿਆਂ ਨੂੰ ਯਾਦ ਕਰਦੇ ਰਹੋਗੇ, ਜਾਂ ਜਿਹੜੀਆਂ ਦੁਆਵਾਂ, ਮੈਨੂੰ ਨਹੀਂ ਲੱਗਦਾ ਜਿੰਨੀ ਦੁਆ ਕਿਸੇ ਇਨਸਾਨ ਨੂੰ ਉਹਦੀ ਦਾਦੀ ਦੇ ਸਕਦੀ ਆ, ਕੋਈ ਹੋਰ ਕੋਈ ਦੇ ਸਕਦਾ। ਆਪਾਂ ਗੁਰਦੁਆਰਾ ਜਾਂਦੇ ਹਾਂ, ਗੁਰੂ ਘਰ ਜਾਂਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦੇ ਹਾਂ, ਉੱਥੋਂ ਆਪਾਂ ਨੂੰ ਦੁਆ ਮਿਲਦੀ ਆ, ਉਹ ਦੁਆ ਮਿਲਦੀ ਆ ਅੰਦਰ ਸਰੀਰਕ ਤੌਰ ਤੇ ਅੰਦਰੋਂ ਦੁਆ ਮਿਲਦੀ ਆ। ਪਰ ਜਿਹੜੀ ਤੁਹਾਡੀ ਦਾਦੀ ਹੁੰਦੀ ਆ, ਉਹ ਇੱਕ ਇਹੋ ਜਿਹਾ ਇੰਸਟੀਚਿਊਟ ਆ, ਇੱਕ ਇਹੋ ਜਿਹਾ ਗੁਰਦੁਆਰਾ ਸਾਹਿਬ ਦੀ ਇੱਕ ਸ਼ਖਸੀਅਤ ਹੁੰਦੀ ਆ ਜਿਹੜੀ ਤੁਹਾਨੂੰ ਜ਼ੁਬਾਨ ਤੋਂ ਦੁਆਵਾਂ ਦਿੰਦੀ ਆ। ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੇ ਖੂਬਸੂਰਤ ਪਲ ਪਿਛਲੇ ਦਿਨੀ, ਅੱਜ ਤੋਂ 1 ਮਹੀਨੇ ਪਹਿਲਾਂ ਮੈਨੂੰ ਦਾਦੀ ਜੀ ਨੇ ਕਿਹਾ, ਕਹਿੰਦੀ ਮੈਂ ਗੁਰਦੁਆਰਾ ਸਾਹਿਬ ਜਾਣਾ, ਤੇ ਮੈਂ ਉਹਨਾਂ ਨੂੰ ਲੈ ਕੇ ਆਇਆ ਕਾਰ ਦੇ ਵਿੱਚ ਬਿਠਾ ਕੇ, ਤੇ ਜਦੋਂ ਤੋਂ ਦਾਦੀ ਜੀ ਘਰ ਤੋਂ ਚੱਲੇ ਉਹਦੇ ਤੋਂ ਹੀ ਮੈਨੂੰ ਅਸੀਸਾਂ ਦੇਣ ਲੱਗੇ। ਦੁਨੀਆ ਦੀ ਕੋਈ ਵੀ ਅਸੀਸ ਜਿਹੜੀ ਮੈਂ ਹੋਰ ਕਿਸੇ ਦੇ ਮੂੰਹੋਂ, ਕਿਸੇ ਦੇ ਲਫ਼ਜ਼ਾਂ ਤੋਂ ਨਹੀਂ ਸੁਣੀ, ਉਹ ਮੇਰੀ ਦਾਦੀ ਦੇ ਮੂੰਹੋਂ ਸੁਣੀ। ਤਾਂ ਮੈਨੂੰ ਇਹ ਲੱਗਦਾ ਜੇ ਸਾਡੇ ਪਰਿਵਾਰ ਦੀ ਤਰੱਕੀ ਹੋਈ ਆ, ਜਾਂ ਸਾਨੂੰ ਪ੍ਰਮਾਤਮਾ ਨੇ ਕੁਛ ਬਖਸ਼ਿਆ, ਰੁਤਬਾ ਬਖਸ਼ਿਆ, ਅਕਲ ਬਖਸ਼ੀ ਆ ਪਰਮਾਤਮਾ ਦੀ ਮਿਹਰ ਦੇ ਨਾਲ, ਤਾਂ ਉਹ ਸਾਡੀ ਦਾਦੀ ਜੀ ਵੱਲੋਂ ਬਖਸ਼ੀ ਹੈ। ਸਮਾਂ ਜ਼ਿਆਦਾ ਹੋ ਗਿਆ, ਅਖੀਰ ਦੇ ਵਿੱਚ ਤੁਸੀਂ ਸਾਰੇ ਸਾਡੇ ਪਰਿਵਾਰ ਦੇ ਨਾਲ ਦੁੱਖ ਦੇ ਸਮੇਂ ਵੀ ਖੜੇ ਹੋ, ਸੁੱਖ ਦੇ ਸਮੇਂ ਵੀ ਖੜੇ ਹੋ। ਤੁਹਾਡਾ ਸਾਰਿਆਂ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬੇਨਤੀ ਅਖੀਰ ਦੇ ਵਿੱਚ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਆ, ਉਹ ਲੈ ਕੇ ਜਾਣੀ ਆ। ਪ੍ਰਸ਼ਾਦਾ ਤਿਆਰ ਆ, ਉਹ ਵੀ ਤੁਸੀਂ ਜਾਂਦੇ ਹੋਏ ਨੇ ਪ੍ਰਸ਼ਾਦਾ ਛਕ ਕੇ ਜਾਣਾ। ਚਾਹ ਦਾ ਲੰਗਰ ਤਿਆਰ ਆ, ਉਹ ਵੀ ਤੁਸੀਂ ਛਕ ਕੇ ਜਾਣਾ। ਇੰਨੀਆਂ ਕਿ ਮੇਰੀਆਂ ਬੇਨਤੀਆਂ ਨੇ। ਬਹੁਤ ਬੁਲਾਰੇ ਬੋਲੇ ਸਾਡੇ ਬਾਘਾ ਪੁਰਾਣਾ ਤੋਂ ਜੋਧਾ ਸਿੰਘ ਜੀ ਬਰਾੜ, ਉਹਨਾਂ ਦੀ ਹਾਜ਼ਰੀ ਲਗਾਉਣੀ। ਸਰਦਾਰ ਪ੍ਰਗਟ ਸਿੰਘ ਜੀ ਭੋਡੀਪੁਰਾ ਭੁੱਲ ਗਏ ਸੀ, ਮੈਂ ਉਹਨਾਂ ਦੀ ਵੀ ਹਾਜ਼ਰੀ ਲਗਾਉਣਾ। ਸਾਡੇ ਰਾਗੀ ਸਾਹਿਬਾਨ, ਹੋਰ ਵੀ ਜਿੰਨੇ ਜਿੰਨੇ ਬੁਲਾਰੇ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਪਰਿਵਾਰ ਦੇ ਵਿੱਚ ਇਸ ਘੜੀ ਦੇ ਵਿੱਚ ਦੁੱਖ ਦੇ ਵਿੱਚ ਸ਼ਰੀਕ ਹੋਏ ਹੋ। ਸਾਰਿਆਂ ਦਾ ਮੈਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ। ਇੰਨੀਆਂ ਮੇਰੀਆਂ ਬੇਨਤੀਆਂ ਸੀ। ਉਮਰ ਛੋਟੀ ਆ, ਬੋਲਦੇ ਸਮੇਂ ਗਲਤੀਆਂ ਹੋ ਜਾਂਦੀਆਂ ਨੇ, ਛੋਟਾ ਬੱਚਾ ਸਮਝ ਕੇ ਮਾਫ ਕਰਿਓ। ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।